ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਜ ਨਿਜ ਸਮੈ ਪਿਆਨਹਿ ਸਾਰੇ, ਆਪਣੀ ਵਾਰੀ ਧੀਰ ਨ ਧਾਰੇ। ਆਵਨ ਧਨ ਅਹੈ ਤਿਨ ਕੇਰਾ, ਸਿਮਰਿਓ ਸਤਨਾਮ ਸਭ ਬੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ। ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਨਿਤਨੇਮ ਆਰਤੀ ਆਰਤੇ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਆਪਣੀਆਂ ਮਨ ਬਿਰਤੀਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪਾਤਸ਼ਾਹ ਜੀ ਦੇ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ। ਸਤਿਗੁਰੂ ਜੀ ਕੀਰਤਪੁਰ ਸਾਹਿਬ ਵਿੱਚ ਰਹਿ ਕੇ ਬੇਅੰਤ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਔਰ ਇੱਥੇ ਨਾਮ ਬਾਣੀ ਸੇਵਾ ਸਿਮਰਨ ਜਪ ਤਪ ਦਾ ਖੁੱਲ੍ਹਾ ਗੱਫਾ ਵਰਤਾ ਰਹੇ ਹਨ। ਨਾਲ ਨਾਲ ਵੀਰ ਰਸ ਦਾ ਸੰਚਾਰ ਵੀ ਯੋਧਿਆਂ ਵਿੱਚ ਕਰਦੇ ਹਨ। ਸਿੱਖਾਂ ਨੂੰ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕਰਦੇ ਹਨ। ਪਰ ਹੁਣ ਸਤਿਗੁਰੂ ਜੀ ਨੂੰ ਆਪਣੇ ਕੁਝ ਨਿਕਟਵਰਤੀਆਂ ਗੁਰਸਿੱਖਾਂ ਦੇ ਵਿਛੋੜੇ ਵੀ ਪਏ ਹਨ। ਸਭ ਤੋਂ ਪਹਿਲਾਂ ਤਾਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਅਕਾਲ ਚਲਾਣਾ ਹੋ ਗਿਆ। ਉਹਨਾਂ ਦੀ ਬਹੁਤ ਵੱਡੀ ਘਾਟ ਸੰਗਤਾਂ ਨੇ ਮਹਿਸੂਸ ਕੀਤੀ, ਪਰ ਗੁਰੂ ਸਾਹਿਬ ਨੇ ਸੰਗਤ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ। ਫਿਰ ਗੁਰੂ ਘਰ ਦੇ ਮਹਾਨ ਸੂਰਬੀਰ ਯੋਧੇ ਜਰਨੈਲ ਬਾਬਾ ਬਿਧੀ ਚੰਦ ਸਾਹਿਬ ਜੀ ਵੀ ਸੱਚਖੰਡ ਗਮਨ ਕਰ ਗਏ। ਉਹ ਕਥਾ ਵੀ ਆਪਾਂ ਪਿੱਛੇ ਸਰਵਣ ਕੀਤੀ ਹੈ। ਫਿਰ ਬਾਬਾ ਆਨੰਦ ਜੀ ਜੋ ਕਿ ਗੁਰੂ ਸਾਹਿਬ ਦੇ ਪੋਤਰੇ ਸਨ ਗੁਰੂ ਅਮਰਦਾਸ ਜੀ ਦੇ, ਉਹਨਾਂ ਨੂੰ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਬੁਲਾਇਆ। ਕੁਝ ਸਮਾਂ ਉਹਨਾਂ ਦੀ ਬੜੀ ਕੋਲ ਰੱਖ ਕੇ ਸੇਵਾ ਕੀਤੀ, ਮਾਣ ਸਨਮਾਨ ਕੀਤਾ। ਫਿਰ ਬਾਬਾ ਆਨੰਦ ਜੀ ਨੂੰ ਸਤਿਕਾਰ ਨਾਲ ਹੀ ਗੋਇੰਦਵਾਲ ਸਾਹਿਬ ਪਹੁੰਚਾਇਆ ਹੈ। ਇਸ ਤੋਂ ਅੱਗੇ ਬਾਬਾ ਬਾਵਕ ਜੀ, ਭਾਈ ਬਾਵਕ ਜੀ ਗੁਰੂ ਘਰ ਦੇ ਕੀਰਤਨੀਏ ਰਬਾਬੀ ਸਨ, ਬਹੁਤ ਗੁਣੀ ਸਨ, ਰਾਗ ਵਿਦਿਆ ਦੇ ਬਹੁਤ ਉੱਚ ਕੋਟੀ ਦੇ ਗੰਧਰਵ ਗਵਈਏ ਕੀਰਤਨ ਦੇ। ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ, ਹੁਣ ਮੈਨੂੰ ਆਗਿਆ ਬਖਸ਼ੋ। ਮੇਰੀ ਥਾਂ 'ਤੇ ਮੇਰਾ ਪੁੱਤਰ ਚਤਰਾ ਤੁਹਾਡੀ ਸੇਵਾ ਕਰਿਆ ਕਰੇਗਾ। ਭਾਈ ਚਤਰੇ ਨੂੰ ਗੁਰੂ ਸਾਹਿਬ ਦੇ ਕੋਲ ਕੀਰਤਨ ਦੇ ਲਈ ਛੱਡ ਕੇ ਭਾਈ ਬਾਬਕ ਜੀ ਸੱਚਖੰਡ ਗਮਨ ਦੀ ਆਗਿਆ ਮੰਗੀ ਹੈ। ਅਤੇ ਗੁਰੂ ਸਾਹਿਬ ਜੀ ਮਹਾਰਾਜ ਇਹ ਬਚਨ ਕਹਿ ਰਹੇ ਨੇ ਕਿ ਨਿਜ ਨਿਜ ਸਮੇਂ ਪਿਆਨਹਿ ਸਾਰੇ। ਆਪਣੇ ਆਪਣੀ ਵਾਰੀ ਨਾਲ ਸਮੇਂ ਨਾਲ ਸਭ ਨੂੰ ਇਸ ਦੁਨੀਆ ਤੋਂ ਜਾਣਾ ਪੈਂਦਾ ਹੈ। ਐਸਾ ਉਸ ਵਾਹਿਗੁਰੂ ਨਿਰੰਕਾਰ ਦਾ ਬਣਾਇਆ ਹੋਇਆ ਨਿਯਮ ਹੈ, ਉਹ ਨਾ ਵੱਧ ਸਕਦਾ ਹੈ ਨਾ ਘਟ ਸਕਦਾ ਹੈ। ਸੋ ਆਓ ਇਹ ਬਚਨ ਸਰਵਣ ਕਰੀਏ। ਸੱਚਖੰਡ ਗਮਨ ਕਰਦੇ ਨੇ ਭਾਈ ਬਾਬਕ ਜੀ, ਉਹਨਾਂ ਦੀ ਇਹ ਕਥਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਜ ਨਿਜ ਸਮੈ ਪਿਆਨਹਿ ਸਾਰੇ, ਆਪਣੀ ਆਪਣੀ ਵਾਰੀ ਆਪਣੇ ਆਪਣੇ ਸਮੇਂ ਅਨੁਸਾਰ ਇਸ ਦੁਨੀਆ ਤੋਂ ਸਾਰੇ ਹੀ ਚਲੇ ਜਾਂਦੇ ਨੇ। ਰਾਜਾ ਵੀ ਚਲਾ ਜਾਂਦਾ ਹੈ, ਭਿਖਾਰੀ ਵੀ ਚਲਾ ਜਾਂਦਾ ਹੈ। ਰਹਿਣ ਨਾ ਪਾਵਹਿ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦੀਸੈ ਸੋ ਕਲ ਹੈ ਖਰਨਾ। ਕੋਈ ਵੀ ਇਸ ਸੰਸਾਰ ਵਿੱਚ ਸਦਾ ਵਾਸਤੇ ਨਹੀਂ ਰਹਿੰਦਾ। ਆਪਣੀ ਵਾਰੀ ਧੀਰ ਨ ਧਾਰੇ, ਆਪਣੀ ਵਾਰੀ ਤੇ ਸਭ ਨੂੰ ਚੱਲਣਾ ਪੈਂਦਾ, ਕੋਈ ਧੀਰਜ ਨਹੀਂ। ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਧੀਰ ਦਾ ਅਰਥ ਹੁੰਦਾ ਵੀ ਟਿਕ ਜਾਣਾ। ਜਿਵੇਂ ਆਪਾਂ ਕਿਸੇ ਬੰਦੇ ਨੂੰ ਕਾਹਲਾ ਪਿਆ ਹੋਵੇ, ਉਹਨੂੰ ਆਖੇ ਧੀਰਜ ਰੱਖ ਬਹਿ ਜਾ, ਜੇ ਕੋਈ ਕਾਹਲ ਨਹੀਂ।
ਪਰ ਕਹਿੰਦੇ ਜਦੋਂ ਜਮਾਂ ਦਾ ਆ ਜਾਂਦਾ ਨਾ, ਅਕਾਲ ਪੁਰਖ ਵੱਲੋਂ ਸੰਦੇਸ਼ਾ ਆ ਜਾਂਦਾ, ਚਿੱਠੀ ਆ ਜਾਂਦੀ, ਉਦੋਂ ਫਿਰ ਇਹ ਨਹੀਂ ਕਹਿੰਦੇ ਵੀ ਠਹਿਰ ਜਾਓ, ਧੀਰਜ ਕਰ ਲਓ। ਉਹਦਾ ਕਿਸੇ ਨੂੰ ਭੇਤ ਹੀ ਨਹੀਂ ਦਿੰਦੇ, ਅੱਗੇ ਲਾ ਕੇ ਲੈ ਕੇ ਤੁਰ ਵੀ ਜਾਂਦੇ ਹੈ। ਸੋ ਆਪਣੀ ਵਾਰੀ ਤੇ ਫਿਰ ਕੋਈ ਧੀਰਜ ਨਹੀਂ ਕਰ ਸਕਦਾ, ਉਸ ਵੇਲੇ ਸਭ ਨੂੰ ਜਾਣਾ ਪੈਂਦਾ ਹੈ। ਆਵਨ ਧਨ ਅਹੈ ਤਿਨ ਕੇਰਾ, ਸਤਿਗੁਰੂ ਕਹਿੰਦੇ ਉਹਨਾਂ ਦਾ ਆਉਣਾ ਸੰਸਾਰ ਤੇ ਧਨ ਹੁੰਦਾ ਹੈ। ਸਿਮਰਿਓ ਸਤਨਾਮ ਸਭ ਬੇਰਾ, ਜਿਨ੍ਹਾਂ ਨੇ ਹਰ ਵੇਲੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕੀਤਾ ਹੈ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਹੜੇ ਆਪ ਤਰੇ ਹਨ ਤੇ ਦੂਜਿਆਂ ਨੂੰ ਤਾਰ ਦਿੰਦੇ ਨੇ, ਇਹੋ ਜਿਹੇ ਮਹਾਂਪੁਰਸ਼ਾਂ ਦਾ, ਨਾਮ ਰਸੀਆਂ ਦਾ, ਸੰਤਾਂ ਭਗਤਾਂ ਦਾ ਆਉਣਾ ਸਫਲ ਹੁੰਦਾ ਹੈ। ਸਤਿਗੁਰ ਕੀ ਸੇਵਾ ਮਹਿ ਲਾਗੇ, ਜਿਹੜੇ ਸੰਸਾਰ ਵਿੱਚ ਆ ਕੇ ਗੁਰੂ ਦੀ ਸੇਵਾ ਵਿੱਚ ਲੱਗੇ ਹਨ। ਆਏ ਬਸਹਿ ਸਾਧੂ ਕੈ ਸੰਗੇ, ਅਣਦਿਨ ਨਾਮ ਧਿਆਵਹਿ ਰੰਗੇ। ਜਿਹੜੇ ਆ ਕੇ ਸਤਿਪੁਰਸ਼ਾਂ ਦੀ, ਗੁਰੂ ਨਾਨਕ ਸਾਹਿਬ ਦੀ ਘਰ ਦੀ ਸੇਵਾ 'ਚ ਜੁਟ ਗਏ ਹਨ, ਉਹਨਾਂ ਦਾ ਆਉਣਾ ਸਫਲ ਹੈ ਭਾਈ। ਕੀਰਤ ਕਰਹਿ ਸੁਨਹਿ ਵਡ ਭਾਗੇ, ਉਹ ਮਹਾਰਾਜ ਦੀ, ਪਰਮੇਸ਼ਰ ਦੀ, ਵਾਹਿਗੁਰੂ ਦੀ ਕੀਰਤੀ ਕਹਿੰਦੇ ਹਨ, ਵਾਹਿਗੁਰੂ ਦੀ ਕੀਰਤੀ ਸੁਣਦੇ ਹਨ। ਵੱਡੇ ਭਾਗਾਂ ਵਾਲੇ ਹਨ ਜਿਹੜੇ ਆਪਣਾ ਜੀਵਨ ਨਾਮ ਜਪ ਕੇ ਸਵਾਰ ਜਾਂਦੇ ਹਨ। ਇਸ ਕੇ ਸਮ ਅਪਰ ਨਾ ਕਲ ਕਾਲ, ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਇਹਦੇ ਬਰਾਬਰ ਹੋਰ ਕੁਝ ਨਹੀਂ ਹੈ। ਸਭ ਤੋਂ ਉੱਚਾ ਕਲਯੁਗ ਦੇ ਵਿੱਚ ਇਹੀ ਹੈ ਵੀ ਕੋਈ ਬੰਦਾ ਸੰਸਾਰ ਦੇ ਵਿੱਚ ਨਾਮ ਜਪ ਲਵੇ, ਕੀਰਤਨ ਕਰ ਲਵੇ, ਵਾਹਿਗੁਰੂ ਦੀ ਸਿਫਤ ਸਲਾਘਾ ਕਰ ਲਵੇ। ਹਰਤਾ ਪਾਤਕ ਬਿਗਨ ਵਿਸਾਲ, ਇਹ ਸਾਰੇ ਪਾਪਾਂ ਨੂੰ, ਬਿਗਨਾਂ ਨੂੰ ਨਾਸ ਕਰਨ ਵਾਲਾ ਸਿਮਰਨੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਨਾਮ ਇੰਨੀ ਸ਼ਕਤੀ ਰੱਖਦਾ ਹੈ ਵੀ ਵੱਡੇ ਵੱਡੇ ਬੱਜਰ ਪਾਪਾਂ ਨੂੰ ਵੀ ਬੰਦੇ ਦੇ ਅੰਦਰੋਂ ਕੱਢ ਦਿੰਦਾ ਹੈ। ਜਿਵੇਂ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਬਚਨ ਹਨ, ਪਾਪ ਤਾਪ ਹਰ ਜਾਪ ਤੇ ਜੈਸੇ ਜਾਤ ਪਰਾਏ। ਕਹਿੰਦੇ ਤਾਪ ਹੋਵੇ ਭਾਵੇਂ ਕੋਈ ਪਾਪ ਹੋਵੇ, ਹਰੀ ਦੇ ਜਾਪ ਨਾਲ ਦੌੜ ਜਾਂਦਾ ਹੈ। ਕਲਮਲ ਮਲ ਮਨ ਪਟਕੋ ਲਾਗੀ, ਕਲਮਲ ਮਲ ਮਨ ਪਟਕੋ ਲਾਗੀ। ਕਹਿੰਦੇ ਪਾਪਾਂ ਦੀ ਮੈਲ ਮਨ ਰੂਪੀ ਕੱਪੜੇ ਨੂੰ ਲੱਗੀ ਹੋਈ ਹੈ। ਵਿਸ਼ਯਨ ਕੀ ਕਾਰਖ ਸੋ ਪਾਗੀ, ਵਿਸ਼ਿਆਂ ਦੀ ਕਾਲਖ ਲੱਗੀ ਹੋਈ ਹੈ। ਵਿਸ਼ੇ ਵਿਕਾਰ ਜਿਹੜੇ ਨੇ 5 ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਇਹਨਾਂ ਦਾ ਜਿਹੜਾ ਬੰਦੇ ਤੇ ਪ੍ਰਭਾਵ ਹੈ, ਉਹਦੇ ਕਾਰਨ ਬੰਦਾ ਸਾਰੀ ਉਮਰ ਵਿਕਾਰਾਂ ਚੋਂ ਨਿਕਲ ਨਹੀਂ ਸਕਦਾ। ਚਹਿ ਨਿਵਾਰਨ ਇਸ ਕਉ ਜੇਈ, ਜਿਹੜਾ ਇਸ ਵਿਸ਼ੇ ਵਿਕਾਰਾਂ ਦੀ ਕਾਲਖ ਨੂੰ ਦੂਰ ਕਰਨਾ ਚਾਹੁੰਦਾ ਹੈ, ਪਾਪਾਂ ਦੀ ਮੈਲ ਮਨ ਰੂਪੀ ਕੱਪੜੇ ਤੋਂ ਲਾਹਣਾ ਚਾਹੁੰਦਾ ਹੈ, ਸਤ ਸੰਗਤ ਮਹਿ ਮਿਲ ਕਰ ਤੇਈ। ਉਹਨੂੰ ਚਾਹੀਦਾ ਹੈ ਕਿ ਉਹ ਸਾਧ ਸੰਗਤ ਵਿੱਚ ਮਿਲ ਕੇ ਬੈਠੇ, ਸੰਗਤ ਵਿੱਚ ਆਵੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਨ੍ਹਾਂ ਨੇ ਗੁਰੂ ਕੀ ਸੰਗਤ ਕੀਤੀ ਹੈ, ਕਥਾ ਕੀਰਤਨ ਸੁਣਨ ਆਉਂਦੇ ਹਨ, ਬਾਣੀ ਪੜ੍ਹਦੇ ਹਨ, ਨਾਮ ਜਪਦੇ ਹਨ, ਸੁਤੇ ਸੇ ਦੇ ਭਵ ਸਾਗਰ ਤੋਂ ਤਰ ਜਾਂਦੇ ਹਨ। ਸਤਨਾਮ ਜਲ ਕੋ ਤਹਿ ਲੇ, ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ ਇੱਕ ਐਸਾ ਜਲ ਹੈ ਜਿਹਦੇ ਨਾਲ ਇਹ ਮੈਲ ਉਤਰ ਸਕਦੀ ਹੈ। ਤੀਰਥਾਂ ਦੀ, ਸਰੋਵਰਾਂ ਦੀ, ਨਦੀਆਂ ਦੀ ਜਲ ਦੇ ਨਾਲ ਸਾਧ ਸੰਗਤ ਦੀ ਤਨ ਦੀ ਮੈਲ ਤਾਂ ਉਤਰਦੀ ਹੈ, ਮਨ ਦੀ ਮੈਲ ਉਦੋਂ ਉਤਰਦੀ ਜਦੋਂ ਨਾਮ ਦੇ ਤੀਰਥ 'ਤੇ ਇਸ਼ਨਾਨ ਕਰੀਦਾ। ਇਸ ਕਰਕੇ ਸਤਿਗੁਰੂ ਜੀ ਨੇ ਨਾਮ ਦੇ ਤੀਰਥ ਨੂੰ ਵੱਡਾ ਮੰਨਿਆ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਹਾਂਜੀ, ਧੋਵਨ ਕੀਰਤਨ ਭਲੇ ਕਰੇ, ਜਦੋਂ ਕੋਈ ਧੋਣਾ ਕਰਦਾ ਹੈ ਉਹ ਕੀਰਤਨ ਕਰਕੇ ਧੋ ਸਕਦਾ ਹੈ। ਜਦੋਂ ਬਾਣੀ ਦਾ ਕੀਰਤਨ ਕਰੀਦਾ ਹੈ, ਪ੍ਰੇਮ ਨਾਲ ਬਾਣੀ ਰੀਝ ਰੀਝ ਕੇ ਗਾਈ ਦੀ ਹੈ, ਪਰਮੇਸ਼ਰ ਨੂੰ, ਵਾਹਿਗੁਰੂ ਨੂੰ, ਕਰਤੇ ਪੁਰਖ ਨੂੰ ਸੁਣਾਈ ਦੀ ਹੈ, ਤਾਂ ਉਹ ਜਿਹੜੀ ਪਾਪਾਂ ਦੀ ਮੈਲ ਅੰਤःਕਰਨ ਨੂੰ ਲੱਗੀ ਹੁੰਦੀ ਹੈ, ਉਹ ਭਲੇ ਪ੍ਰਕਾਰ ਧੋਈ ਜਾਂਦੀ ਹੈ। ਉਜਲ ਮਨ ਕੋ ਕਰਹਿ ਸੁਜਾਨ, ਔਰ ਫਿਰ ਸਹਿਜੇ ਸਹਿਜੇ ਮਨ ਉਜਲਾ ਹੋ ਜਾਂਦਾ ਹੈ, ਹੌਲੇ ਹੌਲੇ ਮਨ ਨਿਰਮਲ ਹੋ ਜਾਂਦਾ ਹੈ। ਵਾਹਿਗੁਰੂ ਦੀ, ਪਰਮੇਸ਼ਰ ਦੀ ਕੀਰਤੀ ਕਰਕੇ ਮਨ ਦੀ ਮੈਲ ਉਤਰਦੀ ਹੈ।
ਚੜੈ ਰੰਗ ਗੂਢੋ ਤਤ ਗਿਆਨ। ਜਦੋਂ ਇਸ ਤਰ੍ਹਾਂ ਕੋਈ ਕੀਰਤਨ ਦੇ ਵਿੱਚ ਜੁੜਦਾ ਹੈ, ਨਾਮ ਦੇ ਵਿੱਚ ਜੁੜਦਾ ਹੈ, ਸਵਾਸ ਸਵਾਸ ਵਾਹਿਗੁਰੂ 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 ਜਪਦਾ ਹੈ, ਉਹਨੂੰ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਅੰਤਰ ਬਾਹਰ ਸਰਵ ਨਿਰੰਤਰ ਸਾਰਿਆਂ ਵਿੱਚ ਵਸਦਾ ਹੋਇਆ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੋਤੀ ਸਰੂਪ ਦਰਸ਼ਨ ਦਿੰਦਾ ਹੈ। ਅਜੇ ਤੇ ਸਾਨੂੰ ਆਪਣੇ ਤੇ ਬਗਾਨੇ ਵਧੀਆ ਤੇ ਘਟੀਆ ਚੰਗੇ ਤੇ ਮਾੜੇ ਦਿਸਦੇ ਹਨ। ਜਿੰਨਾ ਚਿਰ ਦੁਐਤ ਦ੍ਰਿਸ਼ਟੀ ਨਾਲ ਦੇਖਾਂਗੇ ਸੰਸਾਰ ਦੇ ਦੋ ਰੂਪ ਦਿਸਣਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਦਾ ਬੂਟਾ ਤਾਂ ਇੱਕੋ ਹੀ ਹੈ, ਫਲ ਦੋ ਕਿਸਮ ਦੇ ਲੱਗੇ ਹਨ। ਇੱਕੋ ਬੂਟੇ ਨੂੰ ਦੋ ਕਿਸਮ ਦੇ ਫਲ ਕਿਵੇਂ ਲੱਗੇ ਹਨ? ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਰੀਠੇ ਸਾਹਿਬ ਬੈਠੇ, ਜਿਹੜੇ ਦਰਖਤ 'ਤੇ ਬੈਠੇ ਥੱਲੇ ਇੱਕ ਪਾਸੇ ਜੋਗੀ ਬੈਠੇ, ਇੱਕ ਪਾਸੇ ਸਤਿਗੁਰੂ ਬੈਠੇ। ਜਿਹੜੇ ਪਾਸੇ ਸਤਿਗੁਰੂ ਬੈਠੇ ਉਹ ਰੀਠੇ ਮਿੱਠੇ ਹੋ ਗਏ, ਜਿਹੜਾ ਜੋਗੀਆਂ ਦੇ ਉਹ ਕੌੜੇ। ਅਤੇ ਉਹ ਗੁਰੂ ਸਾਹਿਬ ਨੇ ਇੱਕ ਸਾਨੂੰ ਸਮਝਾਉਣ ਵਾਸਤੇ ਕੌਤਕ ਕਰਕੇ ਸਮਝਾਇਆ ਵੀ ਬਿਰਖ ਤਾਂ ਇੱਕੋ ਹੀ ਹੈ, ਸੰਸਾਰ ਦਾ ਬੂਟਾ ਤਾਂ ਇੱਕੋ ਹੀ ਹੈ, ਉਹਨੂੰ ਫਲ ਦੋ ਤਰ੍ਹਾਂ ਦੇ ਲੱਗੇ ਹਨ। ਕਿਵੇਂ ਲੱਗੇ ਹਨ? ਇੱਕ ਪਾਸੇ ਤਾਂ ਸਾਧੂ ਸੰਤ ਮਹਾਤਮਾ ਵਾਹਿਗੁਰੂ ਦੇ ਪਿਆਰੇ ਬੰਦਗੀ ਕਰਕੇ ਅੰਮ੍ਰਿਤ ਰਸ ਪੀ ਰਹੇ ਹਨ, ਉਹ ਵੀ ਸੰਸਾਰ ਦੇ ਵਿੱਚ ਹੀ ਹੈ, ਪੀਂਦਾ ਵੀ ਮਨ ਹੀ ਹੈ। ਦੂਜੇ ਪਾਸੇ ਇਸੇ ਸੰਸਾਰ ਦੇ ਬੂਟੇ ਨੂੰ ਵਿਸ਼ਿਆਂ ਦੇ ਜ਼ਹਿਰੀਲੇ ਫਲ ਵੀ ਲੱਗੇ ਨੇ, ਕੰਡਿਆਲੇ ਫਲ ਵੀ ਲੱਗੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦਵੈਸ਼ ਨਿੰਦਾ ਚੁਗਲੀ, ਇਹ ਵੀ ਸੰਸਾਰ ਦੇ ਵਿੱਚ ਜ਼ਹਿਰ ਹੈ, ਇਹਨੂੰ ਵੀ ਕਈ ਲੋਕ ਪੀਂਦੇ ਹਨ। ਤੋ ਜਿਹੜੇ ਗੁਰੂ ਦੇ ਪਿਆਰੇ ਹਨ ਉਹ ਤਾਂ ਮਿੱਠੇ ਰੀਠਿਆਂ ਨੂੰ ਵੀ ਮਿੱਠੇ ਕਰ ਲੈਂਦੇ ਆ, ਭਾਵ ਜ਼ਹਿਰ ਵਿੱਚੋਂ ਵੀ ਅੰਮ੍ਰਿਤ ਕੱਢ ਲੈਂਦੇ ਆ। ਅਤੇ ਜਿਹੜੇ ਮਨਮੁਖਾਂ ਨੂੰ ਅੰਮ੍ਰਿਤ ਨੂੰ ਵੀ ਜ਼ਹਿਰ ਬਣਾਈ ਜਾਂਦੇ ਹਨ। ਇਸ ਤਰ੍ਹਾਂ ਇਹ ਸੰਸਾਰ ਬਿਰਖ ਹੈ, ਇਹਨੂੰ ਦੋ ਤਰ੍ਹਾਂ ਦਾ ਫਲ ਲੱਗਦਾ ਹੈ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਬਿਰਖ ਨੂੰ ਦੋ ਤਰ੍ਹਾਂ ਦੇ ਫਲ ਹਨ, ਬਿਖ ਰੂਪੀ ਜ਼ਹਿਰ ਰੂਪੀ ਵੀ ਹਨ ਅਤੇ ਅੰਮ੍ਰਿਤ ਰੂਪੀ ਵੀ ਹਨ। ਕਬਹੁ ਨ ਉਤਰੈ ਸਦਾ ਨਵੀਨ। ਕਹਿੰਦੇ ਫਿਰ ਜਦੋਂ ਇਸ ਤਰ੍ਹਾਂ ਕੋਈ ਕੀਰਤਨ ਵਿੱਚ ਕਥਾ ਵਿੱਚ ਜੁੜਦਾ, ਫਿਰ ਉਹਨੂੰ ਆਤਮ ਸਰੂਪ ਦੀ ਸਾਖਸ਼ਾਤ ਦਿਵ ਦ੍ਰਿਸ਼ਟੀ, ਸਾਰਿਆਂ ਵਿੱਚ ਪਰਮਾਤਮਾ ਨੂੰ ਦੇਖਣ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਉਹ ਬ੍ਰਹਮ ਗਿਆਨ ਫਿਰ ਕਦੀ ਦੂਰ ਨਹੀਂ ਹੁੰਦਾ। ਉਹ ਐਸਾ ਰੰਗ ਹੈ, ਫਿਰ ਉਹ ਚੜ੍ਹਿਆ ਹੀ ਰਹਿੰਦਾ ਹੈ। ਚੜ੍ਹੈ ਸਵਾਇਆ ਨਿਤ ਨਿਤ ਰੰਗਾ, ਘਟੈ ਨਾਹੀ ਤੋਲੀ ਜਾਹੇ। ਵਾਹਿਗੁਰੂ। ਇਸ ਵਿਦ ਕੀ ਬੁੱਧ ਅਧਿਕ ਪ੍ਰਬੀਨ। ਇਸ ਤਰ੍ਹਾਂ ਦੀ ਬੁੱਧੀ ਫਿਰ ਪ੍ਰਗਟ ਹੁੰਦੀ, ਜਿਹਨੂੰ ਆਤਮ ਵਿਸ਼ੈਣੀ ਬੁੱਧੀ ਕਹਿੰਦੇ ਨੇ। ਬੁੱਧੀ ਵੀ ਦੋ ਤਰ੍ਹਾਂ ਦੀ ਹੈ ਨਾ, ਇੱਕ ਪਦਾਰਥਾਂ ਨੂੰ ਵਿਸ਼ੇ ਕਰਨ ਵਾਲੀ ਬੁੱਧੀ ਹੈ, ਸਾਡੇ ਕੋਲ ਹੈ, ਉਹ ਸਾਰਿਆਂ ਕੋਲ। ਸਾਨੂੰ ਪਤਾ ਲੱਗ ਜਾਂਦਾ ਵੀ ਇਹ ਕੱਪੜਾ ਹੈ, ਇਹ ਮਿੱਟੀ ਹੈ, ਇਹ ਸੋਨਾ ਹੈ, ਇਸਤਰੀ ਹੈ, ਇਹ ਪੁਰਸ਼ ਹੈ, ਇਹ ਵਧੀਆ ਹੈ, ਇਹ ਘਟੀਆ ਹੈ, ਇਹ ਚਿੱਟਾ ਹੈ, ਇਹ ਕਾਲਾ ਹੈ। ਇਹ ਜਿਹੜੀ ਦ੍ਰਿਸ਼ਟੀ ਹੈ ਨਾ, ਇਹ ਬੁੱਧੀ ਕਰਕੇ ਸਾਨੂੰ ਪ੍ਰਾਪਤ ਹੈ। ਵਾਹਿਗੁਰੂ ਨੇ ਬੁੱਧੀ ਦਿੱਤੀ ਹੋਈ ਹੈ, ਇਹ ਪਦਾਰਥਾਂ ਨੂੰ ਨਿਰਣਾ ਕਰਦੀ ਹੈ, ਸਾਰਿਆਂ ਕੋਲ ਹੀ ਹੈ। ਦੂਸਰੀ ਹੁੰਦੀ ਆਤਮ ਵਿਸ਼ੈਣੀ ਬੁੱਧੀ, ਜੋ ਆਤਮਾ ਨੂੰ ਵਿਸ਼ੇ ਕਰਦੀ ਹੈ, ਆਤਮਾ ਨੂੰ ਜਾਣਦੀ ਹੈ। ਉਹ ਸਤਿਗੁਰੂ ਜੀ ਤੋਂ ਮਿਲਦੀ ਹੈ, ਜਿਸ ਨੂੰ ਗੁਰਮਤਿ ਕਹਿੰਦੇ ਹਨ। ਇੱਕ ਗੁਰਮਤਿ ਹੈ, ਇੱਕ ਦੁਰਮਤਿ ਹੈ। ਦੁਰਮਤਿ ਸੰਸਾਰ ਦੇ ਕੋਲ ਹੈ ਅਤੇ ਗੁਰਮਤਿ ਗੁਰੂ ਦੇ ਕੋਲ ਹੈ। ਹਾਂਜੀ। ਜਾਂ ਤੇ ਬਾਬਕ ਤੂੰ ਚਿਤ ਜਾਨੋ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਹੈ, ਭਾਈ ਬਾਬਕ ਜੀ ਤੁਸੀਂ ਇਸ ਕਰਕੇ ਆਪਣੇ ਮਨ ਵਿੱਚ ਜਾਣ ਲਓ, ਨਿਰਣਾ ਕਰ ਲਵੋ। ਅੰਤ ਸਮੇਂ ਲਓ ਨਾਮ ਬਖਾਨੋ। ਨਾਮ ਤੋਂ ਬਿਨਾਂ ਬੇੜਾ ਪਾਰ ਹੁੰਦਾ ਨਹੀਂ। ਹੁਣ ਅੰਤ ਸਮਾਂ ਨੇੜੇ ਆ ਰਿਹਾ ਹੈ। ਤੁਸੀਂ ਜਿੰਨਾ ਚਿਰ ਤੁਹਾਡੇ ਸਵਾਸ ਬਾਕੀ ਨੇ, ਸਤਿਨਾਮ ਸ੍ਰੀ ਵਾਹਿਗੁਰੂ ਜਪੀ ਜਾਓ, ਇਹ ਨਾ ਛੱਡੋ। ਬਾਕੀ ਕੰਮ ਗੁਰੂ ਨੇ ਕਰਨਾ। ਸਿੱਖ ਦਾ ਕੰਮ ਇੰਨਾ ਹੀ ਹੈ ਵੀ ਉਹ ਇਹ ਗੇੜਾ ਦਈ ਚੱਲੇ, ਵਾਹਿਗੁਰੂ 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 ਵਾਹਿਗੁਰੂ। ਆਪਾਂ ਇੰਨਾ ਵੀ ਨਹੀਂ ਕਰਦੇ। ਹਾਲਾਂਕਿ ਇਹ ਦੇਖਿਆ ਜਾਵੇ ਤਾਂ ਕੋਈ ਬਾਹਲਾ ਔਖਾ ਕੰਮ ਵੀ ਨਹੀਂ, ਪਰ ਹੈ ਔਖਾ, ਕਿਉਂਕਿ ਮਨ ਸਾਡਾ ਜਿਹੜਾ ਨਾ ਉਹ ਇਹਦੇ ਵੱਲ ਆਉਂਦਾ ਨਹੀਂ, ਉੱਧਰ ਜਾਂਦਾ। ਜਿਹਨਾਂ ਪਾਸਿਆਂ 'ਚ ਜ਼ਹਿਰ ਹੈ, ਵਿਸ਼ੇ ਵਿਕਾਰ, ਉੱਧਰ ਦੌੜਦਾ ਹੈ। ਇਸ ਕਰਕੇ ਸਾਨੂੰ ਔਖਾ ਲੱਗਦਾ। ਮਹਾਰਾਜ ਕਹਿੰਦੇ ਬਸ ਹੁਣ ਤੂੰ ਇੱਕੋ ਕੰਮ ਕਰਨਾ, ਜਿੰਨਾ ਚਿਰ ਤੇਰੇ ਸਵਾਸ ਬਾਕੀ ਨੇ ਨਾ, ਉਹਨਾਂ ਚਿਰ ਨਾਮ ਨਹੀਂ ਛੱਡਣਾ। ਵਾਹਿਗੁਰੂ ਵਾਹਿਗੁਰੂ ਜਪੀ ਜਾ। ਹਾਂਜੀ। ਰਹਿਓ ਕਰਤ ਕੀਰਤਨ ਕੋ ਨੀਤ। ਤੇ ਤੂੰ
ਸਾਰੀ ਉਮਰ ਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਰਿਹਾ, ਤੂੰ ਗੁਰੂ ਘਰ ਦਾ ਕੀਰਤਨੀਆ ਹੈ। ਸਕਲੇ ਤਨ ਨਹੀਂ ਲਲਚੀਤ, ਕਹਿੰਦੇ ਸਾਰੇ ਤੇਰੇ ਮਨ ਵਿੱਚ ਵਿਰਾਗ ਤੇ ਤਿਆਗ ਦੀ ਬਿਰਤੀ ਵੀ ਰਹੀ ਹੈ ਸਾਰੀ ਉਮਰ। ਲਾਲਚ ਤੂੰ ਕੀਤਾ ਨਹੀਂ ਕੋਈ, ਕਿਸੇ ਤਰ੍ਹਾਂ ਦਾ ਤੇਰੇ ਮਨ ਵਿੱਚ ਕੋਈ ਲਾਲਚ ਵਾਲਾ ਅਸੀਂ ਵੇਖਿਆ ਹੀ ਨਹੀਂ ਵੀ ਮਾਇਆ ਤਾਂ ਸਾਨੂੰ ਇੰਨੀ ਮਿਲਣੀ ਚਾਹੀਦੀ ਹੈ, ਕੀਰਤਨ ਕਰਦੇ ਆ ਹੋਰ ਮਾਇਆ ਮਿਲੇ, ਇਹ ਬਿਰਤੀ ਨਹੀਂ ਤੂੰ ਰੱਖੀ। ਹਾਂਜੀ, ਪਿਤਾ ਤੋਹੇ ਆਛੀ ਗਤ ਪਾਈ, ਤੇਰੇ ਪਿਤਾ ਜੀ ਵੀ ਕੀਰਤਨ ਕਰਦੇ ਸਨ, ਉਹ ਵੀ ਗੁਰੂ ਘਰ ਦੇ ਵਿੱਚ ਅੱਛੀ ਗਤੀ ਨੂੰ ਪ੍ਰਾਪਤ ਹੋਏ ਹਨ। ਤਿਮਹੀ ਤੁਮ ਕੋ ਹੋਏ ਸੁਖਦਾਈ, ਜਿਵੇਂ ਤੁਸੀਂ ਵੀ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹੋ, ਤੁਹਾਨੂੰ ਵੀ ਬਾਣੀ ਸੰਸਾਰ ਤੋਂ ਜਾਣ ਲੱਗਿਆਂ ਸਹਾਇਤਾ ਕਰੇਗੀ। ਸਾਧ ਸੰਗਤ ਜੀ, ਕਈ ਲੋਕ ਪੁੱਛਦੇ ਨੇ ਇਹ ਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ, ਨਾਮ ਜਪਣ ਦਾ ਕੀ ਫਾਇਦਾ ਹੈ? ਉਹਨਾਂ ਲੋਕਾਂ ਨੂੰ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਸਮਝ ਆਉਣੀ ਵੀ ਔਖੀ ਹੈ। ਪਰ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜੈਸੇ ਹੀਰਾ ਹਾਥ ਮੇਂ ਤਨਕ ਸੋ ਦਿਖਾਈ, ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਹੀਰਾ ਉੱਦਾਂ ਤੇ ਹੱਥ 'ਤੇ ਰੱਖਿਆ ਛੋਟਾ ਜਿਹਾ ਦਿਸਦਾ, ਮੁੱਠੀ 'ਚ ਆ ਜਾਂਦਾ, ਬਹੁਤ ਛੋਟਾ ਹੁੰਦਾ ਹੀਰਾ, ਪਰ ਜਦੋਂ ਉਹਦਾ ਮੁੱਲ ਕਰੀਏ ਤੇ ਫਿਰ ਨੋਟਾਂ ਨਾਲ ਕੋਠੇ ਭਰ ਜਾਂਦੇ ਹਨ। ਜੈਸੇ ਬਾਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਛੂ, ਅੱਗੇ ਜਾਏ ਪਾਈਏ ਲక్ష్ਮੀ ਅਪਾਰ ਜੀ। ਅੱਜ ਕੱਲ੍ਹ ਟਰੈਵਲ ਚੈੱਕ ਮਿਲਦੇ ਨੇ ਬੈਂਕਾਂ ਤੋਂ, ਪਹਿਲਾਂ ਹੁੰਡੀ ਬਣਵਾ ਲੈਂਦੇ ਸੀ। ਜੇ ਮੰਨ ਲਓ ਕਿਸੇ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੁੰਦਾ, ਲਾਹੌਰ ਤੋਂ ਦਿੱਲੀ ਜਾਣਾ, ਦਿੱਲੀ ਤੋਂ ਆਗਰੇ ਜਾਣਾ, ਕਿਤੇ ਵੀ ਜਾਣਾ, ਅਤੇ ਪੈਸਾ ਇੰਨਾ ਚੁੱਕ ਕੇ ਲਿਜਾਣਾ ਔਖਾ ਹੈ। ਉਹਨਾਂ ਦਿਨਾਂ 'ਚ ਮੋਹਰਾਂ ਹੁੰਦੀਆਂ ਸੀ, ਖੱਚਰਾਂ 'ਤੇ ਲੱਦ ਕੇ ਲਿਜਾਣੀਆਂ ਪੈਂਦੀਆਂ ਸੀ। ਇਕੱਲਾ ਬੰਦਾ ਜਾ ਰਿਹਾ ਦਿੱਲੀ ਤੋਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ, ਰਸਤੇ 'ਚ ਕੋਈ ਲੁੱਟ ਲਏਗਾ, ਖਤਰੇ ਬੜੇ, ਮਾਇਆ ਸਾਂਭਣੀ ਬੜੀ ਔਖੀ। ਉਹਦਾ ਤਰੀਕਾ ਇਹ ਹੈ ਵੀ ਕਿਸੇ ਲਾਹੌਰ ਦੇ ਸੇਠ ਕੋਲ ਜਾ ਕੇ ਪੈਸੇ ਜਮ੍ਹਾਂ ਕਰਾਓ ਅਤੇ ਉੱਥੋਂ ਹੁੰਡੀ ਬਣਵਾ ਲਓ। ਛੋਟਾ ਜਿਹਾ ਕਾਗਜ਼ ਦਾ ਟੁਕੜਾ ਜੇਬ 'ਚ ਪਾਓ, ਦਿੱਲੀ ਜਾ ਕੇ ਤੁਸੀਂ ਕਿਸੇ ਸੇਠ ਕੋਲ ਜਿਹਦੇ ਨਾਂ ਦੀ ਹੁੰਡੀ ਉਹਨੂੰ ਦਿਓ, ਉਹ ਪੈਸੇ ਉੱਥੋਂ ਲੈ ਲਓ। ਇਹਨੂੰ ਕਹਿੰਦੇ ਹੁੰਡੀ। ਕਹਿੰਦੇ ਜਿਵੇਂ ਹੁੰਡੀ ਦਾ ਕੋਈ ਭਾਰ ਨਹੀਂ ਲੱਗਦਾ, ਛੋਟੀ ਜਿਹੀ ਪਰਚੀ ਜੇਬ 'ਚ ਪਾ ਲਓ ਅਤੇ ਅੱਗੇ ਜਾਏ ਪਾਈਏ ਤਾਂ ਲక్ష్ਮੀ ਅਪਾਰ ਜੀ, ਅੱਗੇ ਬੜੀ ਲక్ష్ਮੀ ਮਿਲ ਜਾਂਦੀ ਹੈ। ਜੈਸੇ ਵਟ ਬੀਜ ਅਤ ਸੂਖਮ ਸਰੂਪ ਹੋਏ, ਬੋਏ ਸੇ ਬਬਿਧ ਕਰੇ ਬਿਰਖਾ ਵਿਸਥਾਰ ਜੀ। ਬੋੜ ਦਾ ਬੀਜ ਬਹੁਤ ਛੋਟਾ ਹੁੰਦਾ, ਤੁਸੀਂ ਦੇਖਿਆ ਹੋਣਾ, ਖਸਖਸ ਦੇ ਦਾਣੇ ਜਿੰਨਾ ਹੀ ਹੁੰਦਾ। ਬੋੜ ਦੀ ਗੋਲਾਂ ਹੁੰਦੀਆਂ ਨੇ, ਗੋਲਾਂ ਦੇ ਵਿੱਚ ਬੀਜ ਹੁੰਦੇ ਨੇ। ਉਹ ਨਿੱਕਾ ਜਿਹਾ ਬੀਜ ਕੋਈ ਪੰਛੀ ਖਾ ਕੇ ਕਿਸੇ ਦੂਸਰੇ ਦਰਖਤ 'ਤੇ, ਕਿਸੇ ਕੰਧ 'ਤੇ ਜਾ ਕੇ ਉਹ ਵਿੱਠ ਕਰ ਦਿੰਦਾ, ਉਹ ਬੀਜ ਸਾਬਤ ਜਾ ਕੇ ਉੱਥੇ ਪੈਦਾ ਹੋ ਜਾਂਦਾ। ਕਿੱਡਾ ਵੱਡਾ ਬੋੜ ਹੋ ਜਾਂਦਾ, ਕਿੱਡਾ ਵੱਡਾ ਦਰਖਤ ਹੋ ਜਾਂਦਾ, ਕਿੱਡਾ ਵੱਡਾ। ਕਹਿੰਦੇ ਇਸ ਤਰ੍ਹਾਂ ਛੋਟੇ ਜਿਹੇ ਬੀਜ ਤੋਂ ਕਿੱਡਾ ਵੱਡਾ ਦਰਖਤ, ਛੋਟੇ ਜਿਹੇ ਹੀਰੇ ਤੋਂ ਕਿੰਨਾ ਵੱਡਾ ਮੁੱਲ, ਛੋਟੀ ਜਿਹੀ ਹੁੰਡੀ ਤੋਂ ਕਿੰਨੇ ਵੱਡੇ ਪੈਸੇ। ਕਹਿੰਦੇ ਵਾਹਿਗੁਰੂ ਅੱਖਰ ਤਾਂ ਚਾਰ ਹੀ ਨੇ, ਵਾਹ ਵਾਹ ਹਾ ਹਾ ਗੱਗਾ ਰਾਰਾ। ਨਾਸਤਕ ਪੁੱਛਦੇ ਆ ਕੀ ਫਾਇਦਾ ਇਹਦਾ? ਕਹਿੰਦੇ ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ, ਜਾਨੀਏ ਮਹਾਤਮ ਗਏ ਹੀ ਹਰਿਦੁਆਰ ਜੀ। ਜਦੋਂ ਹਰੀ ਦੇ ਦਰਬਾਰ ਵਿੱਚ, ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਵਿੱਚ ਜਾਵਾਂਗੇ, ਉੱਥੇ ਪਤਾ ਲੱਗੇਗਾ ਵੀ ਵਾਹਿਗੁਰੂ ਮੰਤਰ ਜਪਣ ਦਾ ਕੀ ਫਾਇਦਾ ਹੈ, ਪਹਿਲਾਂ ਨਹੀਂ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਭਾਈ ਬਾਬਕ ਜੀ ਤੁਸੀਂ ਬਾਣੀ ਦੇ ਨਾਮ ਦੇ ਰਸੀਏ ਹੋ, ਇਸ ਕਰਕੇ ਸੱਚਖੰਡ ਦੇ ਵਿੱਚ ਜਾਓਗੇ। ਤਿਮਹੀ ਤੁਮ ਕੋ ਹੋਏ ਸੁਖਦਾਈ, ਹਾਂ, ਇਹ ਗੁਰੂ ਕੀ ਬਾਣੀ ਤੁਹਾਨੂੰ ਸੁਖ ਦੇਵੇਗੀ। ਜਿਵੇਂ ਤੁਹਾਡੇ ਪਿਤਾ ਜੀ ਦੀ ਆਤਮਾ ਦਾ ਕਲਿਆਣ ਬਾਣੀ ਨਾਲ ਹੋ ਗਿਆ, ਤੁਹਾਡਾ ਵੀ ਹੋਵੇਗਾ। ਇਮ ਸੁਣ ਕੇ ਗੁਰ ਪਰ ਪਦ ਅਰਬਿੰਦ, ਇਹ ਬਚਨ ਸੁਣ ਕੇ ਭਾਈ ਬਾਵਕ ਜੀ ਨੇ ਗੁਰੂ ਸਾਹਿਬਾਂ ਦੇ ਚਰਨ ਕਮਲਾਂ 'ਤੇ ਮੱਥਾ ਟੇਕਿਆ। ਕਰੇ ਸਪਰਸ਼ ਪੁੰਨ ਬਲਿੰਦ, ਬੜੇ ਪ੍ਰੇਮ ਨਾਲ ਗੁਰੂ ਮਹਾਰਾਜ ਦੇ ਚਰਨ ਸਪਰਸ਼ ਕੀਤੇ ਹਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ। ਲੋਕ ਪ੍ਰਲੋਕ ਸਹਾਇਕ ਅਹੋ, ਤੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਲੋਕ ਦੇ ਤੇ ਪਰਲੋਕ ਦੇ ਸਹਾਇਕ ਹੋ। ਸਾਡੇ ਇੱਥੋਂ ਦੇ ਸੰਸਾਰ ਦੇ ਵਿੱਚ ਵੀ ਤੁਸੀਂ ਮਦਦਗਾਰ ਹੋ, ਅਤੇ ਪਰਲੋਕ ਵਿੱਚ ਵੀ ਤੁਸੀਂ ਆਪਣੇ ਸੇਵਕਾਂ ਦੀ ਪੱਤ ਢੱਕਣੀ ਹੈ। ਉੱਥੇ ਤੁਸੀਂ ਕਿਰਪਾ ਕਰਨੀ ਹੈ, ਜਮਾਂ ਤੋਂ ਛੁਡਾਉਣਾ ਹੈ। ਨਹੀਂ ਅਪਰ ਕੋ ਹਮਨੇ ਲਹੋ, ਇਹ ਮਹਾਰਾਜ ਅਸੀਂ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਹੋਰ ਵੱਲ ਨਹੀਂ ਤੱਕਿਆ। ਆਨੰਦ ਭਗਤੀ ਇਹੀ ਹੁੰਦੀ ਹੈ ਵੀ ਜਿਹੜੀ ਬੇੜੀ 'ਤੇ ਚੜ੍ਹੀਏ ਉਸੇ 'ਤੇ ਪਾਰ ਲੰਘਣਾ। ਆਖੋ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ,
ਦਰਿਆ ਤੋਂ ਪਾਰ ਕਰਨ ਵਾਸਤੇ ਬੇੜੀਆਂ ਬਹੁਤ ਹੁੰਦੀਆਂ ਨੇ। ਜਿਹੜੀ 'ਚ ਆਪਾਂ ਬੈਠ ਗਏ ਹਾਂ ਅਤੇ ਬੇੜੀ ਠੇਲ ਲਈ ਹੈ, ਉਹਦੇ 'ਤੇ ਹੁਣ ਭਰੋਸਾ ਕਰਨਾ। ਇਹ ਨਾ ਹੋਵੇ ਵੀ ਇੱਕ ਲੱਤ ਇਸ ਬੇੜੀ 'ਚ ਰੱਖ ਲਈਏ, ਇੱਕ ਦੂਜੀ 'ਚ ਰੱਖ ਲਈਏ, ਫਿਰ ਕੀ ਹੋਵੇਗਾ? ਦੋ ਬੇੜੀਆਂ ਦਾ ਸਵਾਰ ਡੁੱਬ ਜਾਂਦਾ ਹੈ। ਇੱਕ ਬੇੜੀ ਗੁਰੂ ਨਾਨਕ ਦੀ ਫੜੀ ਹੈ ਅਸੀਂ, ਮਹਾਰਾਜ ਤੁਹਾਡੇ ਤੋਂ ਬਿਨਾਂ ਅਸੀਂ ਹੋਰ ਕਿਸੇ ਪੀਰ ਫਕੀਰ ਨੂੰ, ਕਿਸੇ ਸਾਧੂ ਸੰਤ ਨੂੰ ਅਸੀਂ ਨਹੀਂ ਜਾਣਦੇ। ਸਾਰਿਆਂ ਦਾ ਸਤਿਕਾਰ ਕਰਨਾ ਵੱਖਰੀ ਗੱਲ ਹੈ, ਕਿਸੇ ਦੀ ਨਿੰਦਾ ਨਹੀਂ ਕਰਨੀ। ਭਾਈ ਮਨੀ ਸਿੰਘ ਸਾਹਿਬ ਜੀ ਕਹਿੰਦੇ ਆਪਣਾ ਧਰਮ ਪਹਾੜ ਤੁੱਲ ਹੋਵੇ, ਦੂਜੇ ਦਾ ਰਾਈ ਜਿੰਨਾ ਵੀ ਹੋਵੇ ਤਾਂ ਵੀ ਉਹਦੀ ਨਿੰਦਾ ਨਹੀਂ ਕਰਨੀ, ਪਰ ਨਿਸ਼ਚਾ ਆਪਣੇ 'ਤੇ ਰੱਖਣਾ। ਜੇ ਆਪਾਂ ਦੋ ਘਰਾਂ ਦੇ ਪ੍ਰਾਹੁਣੇ ਭੁੱਖੇ ਰਵਾਂਗੇ, ਫਿਰ ਮਹਾਰਾਜ ਜੀ ਮੈਂ ਤੁਹਾਡੇ ਤੋਂ ਬਿਨਾਂ ਹੋਰ ਕਿਸੇ ਵੱਲ ਨਹੀਂ ਤੱਕਦਾ, ਇਸ ਕਰਕੇ ਤੁਸੀਂ ਮੇਰੀ ਸਹਾਇਤਾ ਕਰਿਆ ਜੇ। ਨਿਜ ਸੁਤ ਕੋ ਪਾਇਓ ਸ਼ਰਨਾਈ। ਇਹ ਕਹਿ ਕੇ ਭਾਈ ਚਤਰੇ ਮਿਰਾਸ਼ੀ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਤੇ ਪਿਤਾ ਬਾਬਕ ਨੇ ਪਾ ਦਿੱਤਾ ਹੈ। ਪਤ ਪਾਰਹੁ ਮਮ ਸਮ ਇਮ ਇਸ ਤਾਈ। ਚਤਰੇ ਨੂੰ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਹੁਣ ਤੁਹਾਡੇ ਦਰ 'ਚ ਕੀਰਤਨ ਕਰਿਆ ਕਰੇਗਾ। ਜਿਵੇਂ ਤੁਸੀਂ ਮੈਨੂੰ ਪਾਲਦੇ ਰਹੇ ਹੋ, ਮੇਰੇ ਪੁੱਤਰ ਨੂੰ ਵੀ ਪਾਲਿਆ ਜੇ। ਹਮਰਾਵਰ ਕੇ ਅਹਸ ਦੀਵੇ। ਅਸੀਂ ਹਮੇਸ਼ਾ ਤੁਹਾਡੇ ਹੀ ਹਾਂ ਮਹਾਰਾਜ, ਤੁਹਾਡੇ ਤੋਂ ਬਿਨਾਂ ਸਾਡਾ ਹੋਰ ਕੋਈ ਟਿਕਾਣਾ ਨਹੀਂ ਹੈ। ਉਸ਼ਤਨ ਲਗੋ ਰਬਾਬੀ ਥੀਵੇ। ਉਸਤਾਂ ਤੱਕ ਰਬਾਬੀ ਚੱਲੇ ਆਏ ਹਾਂ, ਅਤੇ ਗਾਂ ਵੀ ਸਾਡੇ ਬੱਚਿਆਂ ਨੂੰ ਆਪਣੇ ਘਰ 'ਚ ਹੀ ਰੱਖਿਆ ਜੇ। ਸਾਧ ਸੰਗਤ ਜੀ, ਇਹ ਤਾਂ ਜਦੋਂ 1947 'ਚ ਪਾਕਿਸਤਾਨ ਬਣਿਆ ਹੈ, ਬਹੁਤ ਸਾਰੇ ਰਬਾਬੀ ਗੁਰੂ ਘਰ ਦੇ ਕੀਰਤਨੀਏ ਪਾਕਿਸਤਾਨ ਚਲੇ ਗਏ, ਕੁਝ ਉੱਥੇ ਰਹਿ ਗਏ। ਰਬਾਬੀਆਂ ਦੀ ਪਰੰਪਰਾ ਨੂੰ ਅਸੀਂ ਸਾਂਭਿਆ ਨਹੀਂ। ਦੋਸ਼ੀ ਅਸੀਂ ਵੀ, ਜਿਨ੍ਹਾਂ ਨੇ ਗੁਰਦੁਆਰਿਆਂ ਦੀਆਂ ਗੋਲਕਾਂ 'ਤੇ ਕਬਜ਼ਾ ਕਰਨਾ ਸੀ, ਉਹਨਾਂ ਨੇ ਅਸੂਲ ਵੀ ਇੱਦਾਂ ਦੇ ਬਣਾਤੇ ਵੀ ਸਾਡੇ ਤੋਂ ਬਿਨਾਂ ਕੋਈ ਦਰਬਾਰ ਸਾਹਿਬ ਕੀਰਤਨ ਨਾ ਕਰ ਸਕੇ। ਚਲੋ ਵਿਚਾਰ ਵੱਖਰੇ ਵੱਖਰੇ ਹੁੰਦੇ ਆ, ਪਰ ਜਿਹੜੇ 400 ਸਾਲ ਤੋਂ ਕੀਰਤਨ ਕਰਦੇ ਸੀ, ਕਿ ਉਹ ਕੀਰਤਨ ਨਹੀਂ ਸੀ? ਜਿਹੜਾ ਗੁਰੂ ਨੂੰ ਪ੍ਰਵਾਨ ਸੀ, ਸਿੱਖਾਂ ਨੂੰ ਕਿਉਂ ਨਹੀਂ ਪ੍ਰਵਾਨ? ਖੈਰ, ਆਪਣੀ ਆਪਣੀ ਇਹਨਾਂ ਦੀ ਮੱਤ ਹੈ। ਗੁਰੂ ਦੇ ਦਰਬਾਰ ਵਿੱਚ ਰਬਾਬੀ ਕੀਰਤਨ ਕਰਦੇ ਸਨ, ਬਹੁਤ ਉਹਨਾਂ ਕੋਲ ਸੁਰ ਤਾਲ ਸੀਗਾ, ਉਹਨਾਂ ਕੋਲ ਗੁਰਬਾਣੀ ਦੇ ਕੀਰਤਨ ਦੀ ਕਲਾ ਸੀਗੀ। ਕੁਝ ਪਰਿਵਾਰ ਪੰਜਾਬ ਵਿੱਚ ਰਹਿ ਗਏ, ਜਿਨ੍ਹਾਂ ਵਿੱਚੋਂ ਇੱਕ ਜਥਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਭਾਈ ਗੁਰਪ੍ਰਤਾਪ ਸਿੰਘ ਜੀ ਕੀਰਤਨ ਕਰਦੇ ਆ, ਅਤੇ ਬਾਕੀ ਕੁਝ ਬਜ਼ੁਰਗ ਚੜ੍ਹਾਈਆਂ ਕਰ ਗਏ। ਪਾਕਿਸਤਾਨ 'ਚ ਕੁਝ ਹਨ ਉਹਨਾਂ ਦੇ, ਭਾਈ ਲਾਲ ਜੀ, ਚਾਂਦ ਜੀ ਦੇ ਸਾਰੇ ਪਰਿਵਾਰ 'ਚੋਂ ਗੁਲਾਮ ਮੁਹੰਮਦ ਜੀ, ਉਹ ਕੀਰਤਨ ਕਰਦੇ, ਬਹੁਤ ਗੁਣੀ ਹਨ। ਸੋ ਗੁਰੂ ਸਾਹਿਬ ਜੀ ਨੂੰ ਭਾਈ ਬਾਬਕ ਨੇ ਬੇਨਤੀ ਕੀਤੀ, ਮਹਾਰਾਜ ਪੁਸਤਾਂ ਤੱਕ ਸਾਡੀ ਗੁਰੂ ਘਰ ਨਾਲ ਸਾਂਝ ਪਵੀ ਰਵੇ, ਸਾਨੂੰ ਆਪਣੇ ਦਰ ਦੇ ਕੀਰਤਨੀਏ ਬਣਾਈ ਰੱਖਿਆ ਜੇ। ਸੁਣ ਸਤਿਗੁਰ ਪੁਨ ਧੀਰਜ ਦੀਨ। ਭਾਈ ਬਾਬਕ ਦੇ ਬਚਨ ਸੁਣ ਕੇ ਸਤਿਗੁਰੂ ਜੀ ਬੋਲੇ, ਹੋਏ ਇਸੀ ਬਿਦ ਕਹਿ ਬੋ ਕੀਨ। ਬੜੇ ਧੀਰਜ ਦੇ ਕੇ ਕਹਿੰਦੇ, ਭਾਈ ਤੁਸੀਂ ਹੌਸਲਾ ਰੱਖੋ, ਇਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਤੁਹਾਡੇ ਹੀ ਗੁਰੂ ਘਰ ਨਾਲ ਨਿਭੀ ਹੈ, ਤੁਹਾਡੀਆਂ ਆਉਣ ਵਾਲੀਆਂ ਪੁਸਤਾਂ ਵੀ ਸਾਡੇ ਦਰਬਾਰ ਵਿੱਚ ਕੀਰਤਨ ਕਰਨਗੀਆਂ। ਰਹਿ ਰਬਾਬੀ ਨੰਦਨ ਤੇਰੋ। ਤੇਰਾ ਪੁੱਤਰ ਚਤਰਾ ਗੁਰੂ ਘਰ ਦਾ ਰਬਾਬੀ ਰਹੇਗਾ, ਸਾਡੇ ਕੋਲ ਕੀਰਤਨ ਕਰਿਆ ਕਰੇਗਾ। ਲਹਿ ਰਾਗ ਕੋ ਭੇਵ ਬਡੇਰੋ। ਇਹ ਰਾਗ ਦਾ ਭੇਤੀ ਹੈ, ਜਿਹੜਾ ਰਾਗ ਦਾ ਭੇਤੀ ਹੈ। ਰਾਗ ਨਾਮ ਪ੍ਰੇਮ ਦਾ ਅਹਿਸਾਸ ਸੰਗਤ ਜੀ, ਰਾਗ ਪ੍ਰੇਮ ਨੂੰ ਕਹਿੰਦੇ ਆ, ਅਤੇ ਪ੍ਰੇਮ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ, ਹਿਰਦੇ ਨਾਲ ਹੁੰਦਾ ਹੈ। ਇਸ ਕਰਕੇ ਰਾਗ ਜਦੋਂ ਵੀ ਗਾਇਆ ਜਾਂਦਾ, ਉਹ ਹਿਰਦੇ ਵਿੱਚੋਂ ਗਾਇਆ ਜਾਂਦਾ। ਜਦੋਂ ਕਿਸੇ ਦੀ ਰੂਹ ਭਿੱਜਦੀ ਹੈ ਅਤੇ ਉਹ ਗਾਉਂਦਾ ਹੈ। ਭਿੱਜੀ ਰੂਹ ਨਾਲ ਜਦੋਂ ਕੋਈ ਗਾਉਂਦਾ ਹੈ, ਉਹਦੀ ਆਵਾਜ਼ ਸੱਚਖੰਡ ਤੱਕ ਪਹੁੰਚਦੀ ਹੈ। ਸੋ ਮਹਾਰਾਜ ਕਹਿੰਦੇ ਰਾਗ ਦਾ ਭੇਤੀ ਹੈ, ਗੁਰੂ ਦੇ ਦਰ 'ਤੇ ਕੀਰਤਨ ਕਰਿਆ ਕਰੇਗਾ। ਹਮ ਪਾਛੈ ਗੁਰ ਘਰ ਮਹਿ ਰਹੈ। ਸਾਡੇ ਤੋਂ ਬਾਅਦ ਗੁਰੂ ਘਰ ਦੇ ਵਿੱਚ ਜਿਹੜੇ ਗੁਰੂ ਸਾਹਿਬ ਹੋਣਗੇ, ਉਹਨਾਂ ਦੇ ਦਰਬਾਰ 'ਚ ਵੀ ਚਤਰਾ ਕੀਰਤਨ ਕਰਿਆ ਕਰੇਗਾ। ਖਾਨ ਪਾਨ ਤੁਮ ਸਮਹੀ ਲਹੈ। ਜਿਵੇਂ ਤੁਹਾਨੂੰ ਗੁਰੂ ਘਰ ਤੋਂ ਖੁੱਲ੍ਹੇ ਗੱਫੇ ਮਾਇਆ ਦੇ ਮਿਲਦੇ ਰਹੇ ਨੇ, ਲੰਗਰ ਪਾਣੀ ਖਾਣ ਪੀਣ ਦੀ ਕੋਈ ਕਮੀ ਨਹੀਂ ਆਈ। ਬਸਤਰ ਵੀ ਗੁਰੂ ਸਾਹਿਬ ਵਧੀਆ ਦਿੰਦੇ ਸਨ, ਮਕਾਨ ਵੀ ਵਧੀਆ ਬਣਾ ਕੇ ਦਿੱਤੇ ਸਨ, ਅਤੇ ਖਾਣ ਪੀਣ ਵਾਸਤੇ ਵੀ ਰਸਤਾਂ ਬਸਤਾਂ ਗੁਰੂ ਕੇ ਕੀਰਤਨੀਆਂ ਦਾ ਗੁਰੂ ਸਾਹਿਬ ਸਤਿਕਾਰ ਕਰਦੇ ਸਨ। ਮਹਾਰਾਜ ਕਹਿੰਦੇ ਤੁਹਾਨੂੰ ਉਸੇ ਤਰ੍ਹਾਂ ਹੀ ਗੁਰੂ ਕੇ ਲੰਗਰਾਂ ਵਿੱਚੋਂ ਰਸਤਾਂ ਬਸਤਾਂ ਮਿਲਦੀਆਂ ਰਹਿਣਗੀਆਂ। ਇਹ ਵੀ ਚਿੰਤ ਨਾ ਚਿਤ ਮਹਿ ਕਰੀਏ। ਇਹਦੀ ਵੀ ਚਿੰਤਾ ਨਾ ਕਰੋ ਵੀ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਘਰ ਤੋਂ ਮਿਲਣਾ ਕੁਛ ਨਹੀਂ, ਬਹੁਤ ਕੁਛ ਮਿਲੇਗਾ।
ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ, ਕੀਰਤਨ ਕਰੀ ਜਾਓ, ਗੁਰੂ ਕੀਆਂ ਸੰਗਤਾਂ ਆਪੇ ਹੀ ਤੁਹਾਡਾ ਸਤਿਕਾਰ ਕਰਿਆ ਕਰਨਗੀਆਂ। ਅੰਤ ਸਮਾ ਸਤਨਾਮ ਸਿਮਰਿਏ। ਅੰਤ ਸਮਾਂ ਜਦੋਂ ਆਵੇ ਤੇ ਸਤਨਾਮ ਸ੍ਰੀ ਵਾਹਿਗੁਰੂ ਜਪਦਿਆਂ ਆਪਣਾ ਚੋਲਾ ਛੱਡਣਾ, ਆਪਣਾ ਅੱਗਾ ਸਵਾਰੋ। ਹੁਣ ਤੁਸੀਂ ਪਿੱਛੇ ਦੀ ਚਿੰਤਾ ਨਾ ਕਰੋ ਥਿਰ ਚਿਤ ਹੈ ਕੈ ਸਦਨ ਪਧਾਰੋ। ਤੇ ਅਚਿਤ ਨੂੰ ਟਿਕਾ ਕੇ ਆਪਣੇ ਘਰ ਜਾਓ, ਪੌਡੋ ਬਸਨ ਬਦਨ ਪਰ ਧਾਰੋ। ਜਾ ਕੇ ਘਰ 'ਚ ਲੇਟ ਜਾਓ, ਆਪਣੇ ਸੀਸ ਤੇ ਬਸਤਰ ਲੈ ਕੇ ਤੇ ਆਪਣਾ ਚੋਲਾ ਛੱਡ ਦਿਓ। ਤਿਆਗਨ ਕਰੋ ਸੁਖੈਨ ਸਰੀਰ। ਸੁਖੈਨ ਹੀ ਤੁਹਾਡੇ ਪ੍ਰਾਣ ਨਿਕਲਣਗੇ, ਕੋਈ ਤਕਲੀਫ ਨਹੀਂ ਹੋਵੇਗੀ। ਕਿਉਂਕਿ ਸਾਧ ਸੰਗਤ ਜੀ, ਇਹ ਤਾਂ ਇੱਕ ਬਹੁਤ ਵੱਡੀ ਚਿੰਤਾ ਹੈ ਵੀ ਅਖੀਰਲਾ ਸਮਾਂ ਕਿੱਦਾਂ ਦਾ ਆਉਣਾ ਹੈ। ਆਉਣਾ ਜ਼ਰੂਰ ਹੈ, ਆਉਣਾ ਕਿੱਦਾਂ ਦਾ ਇਹ ਸਾਨੂੰ ਸਾਰਿਆਂ ਨੂੰ ਫਿਕਰ ਲੱਗਾ ਰਹਿੰਦਾ। ਰੋਜ਼ ਚੌਪਈ ਸਾਹਿਬ 'ਚ ਪੜ੍ਹਦੇ ਹਾਂ, ਮਰਨ ਕਾਲ ਕਾ ਤਰਾਸ ਨਿਵਰੀਐ। ਜਿਹੜਾ ਮੌਤ ਦੇ ਸਮੇਂ ਦਾ ਡਰ ਹੈ, ਹੇ ਵਾਹਿਗੁਰੂ ਦੂਰ ਕਰ ਦਿਓ। ਕਿਉਂਕਿ ਡਰ ਤਾਂ ਸਾਰਿਆਂ ਨੂੰ ਹੀ ਹੈ, ਕਿਆ ਜਾਣਾ ਕਿਵ ਮਰਾਂਗੇ, ਕੀ ਜਾਣੀਏ ਕਿੱਦਾਂ ਮਰਾਂਗੇ, ਕੈਸਾ ਮਰਨਾ ਹੋਏ, ਮੌਤ ਕਿੱਦਾਂ ਦੀ ਹੋਵੇਗੀ ਕੋਈ ਪਤਾ ਨਹੀਂ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਉਸ ਵੇਲੇ ਮਹਾਰਾਜ ਚੇਤੇ ਆ ਜਾਣ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ, ਅਕਾਲ ਪੁਰਖ ਦਾ ਨਾਮ ਚੇਤੇ ਆ ਜਾਵੇ ਤੇ ਫਿਰ ਮੌਤ ਸੌਖੀ ਹੋ ਜਾਂਦੀ ਹੈ। ਹਾਂਜੀ, ਪੁੱਤਰ ਬਿਠਾਏ ਆਪਣੇ ਤੀਰ। ਮਹਾਰਾਜ ਨੇ ਭਾਈ ਚਤਰੇ ਨੂੰ ਆਪਣੇ ਕੋਲ ਬਿਠਾ ਲਿਆ ਸੁਨ ਆਏ ਸਤਿਗੁਰ ਤੇ ਚੱਲਿਓ। ਤੇ ਕਿਹਾ ਭਾਈ ਫਿਕਰ ਨਾ ਕਰੇ, ਸਾਡੇ ਦਰ ਦਾ ਕੀਰਤਨ ਕਰਿਆ ਕਰੇਗਾ। ਹੁਣ ਤੁਸੀਂ ਜਾਓ ਤੇ ਆਪਣਾ ਇਹ ਚੋਲਾ ਬੇਫਿਕਰ ਹੋ ਕੇ ਛੱਡੋ। ਮਹਾਰਾਜ ਦੀ ਆਗਿਆ ਲੈ ਕੇ ਭਾਈ ਬਾਵਕ ਆਪਣੇ ਪੁੱਤਰ ਨੂੰ ਨਾਲ ਲੈ ਕੇ ਆਪਣੇ ਘਰ ਚਲਾ ਗਿਆ। ਜਾਤੀ ਮਲਕ ਸੰਗ ਪੁਨ ਮਿਲਿਓ। ਰਸਤੇ 'ਚ ਭਾਈ ਜਾਤੀ ਮਲਕ ਜੀ ਨੂੰ ਮਿਲ ਕੇ ਗਿਆ, ਕਿਉਂਕਿ ਜਾਤੀ ਮਲਕ ਜੀ ਜਾਤ ਦੇ ਬ੍ਰਾਹਮਣ ਸਨ, ਗੁਰੂ ਦੀ ਫੌਜ ਦੇ ਵੱਡੇ ਸੂਰਮੇ ਯੋਧੇ ਸਨ, ਫੌਜ ਦੇ ਜਰਨੈਲ ਸਨ। ਭਾਈ ਸੰਘਾ ਪ੍ਰੋਹਤ ਗੁਰੂ ਘਰ ਦਾ ਪ੍ਰੋਹਤ ਹੋਇਆ, ਉਹਦੇ ਪੁੱਤਰ ਜਾਤੀ ਮਲਕ ਜੀ ਗੁਰੂ ਘਰ ਦੇ ਪ੍ਰੋਹਤ ਹੋਏ। ਅੱਗੇ ਫਿਰ ਉਹਨਾਂ ਦੇ ਪੁੱਤਰ ਦਇਆ ਰਾਮ ਜੀ, ਜਿਹੜੇ ਭੰਗਾਣੀ ਦੇ ਜੰਗ ਵਿੱਚ 10ਵੇਂ ਪਾਤਸ਼ਾਹ ਜੀ ਨੇ ਲਿਖਿਆ ਹੈ ਵੀ ਕਿ ਉਹ ਦਰੋਣ ਕੀ ਜਿਉ ਮਹਾ ਯੁੱਧ ਸੁਧੰ, ਦਰੋਣਾਚਾਰਿਆ ਦੀ ਤਰ੍ਹਾਂ ਉਸ ਦਇਆ ਰਾਮ ਨੇ ਭੰਗਾਣੀ ਦੇ ਜੰਗ ਵਿੱਚ ਯੁੱਧ ਕੀਤਾ ਸੀਗਾ। ਸੋ ਇਹ 3 ਪੀੜ੍ਹੀਆਂ ਗੁਰੂ ਘਰ ਦੇ ਪ੍ਰੋਹਤ ਸੋਢੀ ਬੰਸ ਦੇ ਹੋਏ ਨੇ। ਫੌਜ ਦੇ ਜਰਨੈਲ ਵੀ ਸਨ, ਵਿਦਵਾਨ ਵੀ ਸਨ। ਬਾਬਕ ਨਾਲ ਇਹਨਾਂ ਦਾ ਪ੍ਰੇਮ ਬੜਾ ਸੀਗਾ। ਹਾਲਾਂਕਿ ਬਾਬਕ ਮਿਰਾਸ਼ੀ ਜਾਤ ਵਿੱਚੋਂ ਸੀ ਤੇ ਜਾਤੀ ਮਲਕ ਬ੍ਰਾਹਮਣ ਸੀਗਾ, ਪਰ ਗੁਰੂ ਘਰ ਦੇ ਵਿੱਚ ਜਾਤ ਪਾਤ ਨਹੀਂ ਹੁੰਦੀ। ਗੁਰੂ ਘਰ ਦੇ ਵਿੱਚ ਤਾਂ ਗੁਰਸਿੱਖਾਂ ਦੀ ਕਮਾਈ ਵੇਖੀ ਜਾਂਦੀ ਹੈ। ਗੁਰੂ ਕੇ ਨਾਮ ਰਸੀਆਂ ਪਿਆਰਿਆਂ ਦਾ ਆਪਸ 'ਚ ਪ੍ਰੇਮ ਹੁੰਦਾ। ਅੱਜ ਜਿਹੜੇ ਸਾਧ ਸੰਗਤ ਜੀ ਅਸੀਂ ਅੱਜ ਦੇ ਸਿੱਖ ਹਾਂ, ਅਸੀਂ ਫਿਰ ਜਾਤਾਂ ਪਾਤਾਂ ਦੇ ਵਿੱਚ ਵੱਡੇ ਛੋਟੇ ਦੇ ਵਿੱਚ ਵੰਡੇ ਗਏ ਹਾਂ। ਇਹ ਸਾਨੂੰ ਅੱਗੇ ਨਹੀਂ ਵਧਣ ਦਿੰਦੀ ਚੀਜ਼। ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਜਾਤ ਪਾਤ ਦਾ ਖੰਡਨ ਕੀਤਾ। ਮਹਾਰਾਜ ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੈ ਬਹੁਤ ਵਿਕਾਰਾ। ਮੇਰੀ ਜਾਤ ਵੱਡੀ ਹੈ, ਇਸ ਗੱਲ ਦਾ ਹੰਕਾਰ ਨਾ ਕਰ ਮੂਰਖਾ, ਕਿਉਂਕਿ ਇਹਦੇ ਨਾਲ ਤੇਰੇ ਅੰਦਰ ਬਹੁਤ ਸਾਰੇ ਵਿਕਾਰ ਪੈਦਾ ਹੋ ਜਾਂਦੇ ਆ। ਸੋ ਗੁਰੂ ਕੇ ਸਿੱਖ ਜਿਹੜੇ ਹਨ ਉਹ ਸਿਰਫ ਗੁਰੂ ਕੇ ਸਿੱਖ ਹੀ ਹਨ। ਅਤੇ ਉਹਨਾਂ ਦੇ ਵਿੱਚ ਦੇਖੋ ਆਮ ਤੌਰ 'ਤੇ ਤਾਂ ਬ੍ਰਾਹਮਣ ਮਰਾਸ਼ੀਆਂ ਦੇ ਘਰ ਨਹੀਂ ਜਾਂਦੇ। ਬ੍ਰਾਹਮਣ ਆਪਣੇ ਆਪ ਨੂੰ ਬੜਾ ਵੱਡਾ ਸਮਝਦੇ ਆ ਅਤੇ ਮਰਾਸ਼ੀਆਂ ਨੂੰ ਵਿਚਾਰਿਆਂ ਨੂੰ ਉਹ ਕਹਿੰਦੇ ਉਹਨਾਂ ਦੀ ਪਰਛਾਈ ਵੀ ਨਹੀਂ ਲੈਂਦੇ। ਪਰ ਭਾਈ ਬਾਬਕ ਅਤੇ ਭਾਈ ਜਾਤੀ ਮਲਕ ਇੱਕੋ ਗੁਰੂ ਦੇ ਸਿੱਖ ਨੇ ਅਤੇ ਆਪਸ 'ਚ ਕਿੰਨਾ ਪ੍ਰੇਮ ਹੈ ਕਿ ਭਾਈ ਬਾਬਕ ਜੀ ਜਾਣ ਲੱਗਿਆਂ ਰਸਤੇ 'ਚ ਜਾਤੀ ਮਲਕ ਨੂੰ ਮਿਲ ਕੇ ਗਏ ਹਨ। ਮ੍ਰਿਦਲ ਬਾਖ ਕਹਿ ਪੈਰੀ ਪਾਣਾ, ਇੱਕ ਦੂਜੇ ਨੂੰ ਪੈਰੀ ਪਾਉਣਾ ਕਿਹਾ ਹੈ। ਪੁਰਾਤਨ ਸਮੇਂ 10ਵੇਂ ਪਾਤਸ਼ਾਹ ਦੇ ਅਖੰਡੇ ਬਾਟੇ ਦੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਗੁਰਸਿੱਖਾਂ ਦਾ ਆਪਸੀ ਬੋਲਾ ਸੀਗਾ, ਪੈਰੀ ਪਾਉਣਾ ਜੀ। ਇੱਕ ਦੂਜੀ ਦੇ ਪੈਰੀ ਪੈਂਦੇ ਸਨ। ਪੈਰੀ ਪਾਉਣਾ ਜਗ ਵਰਤਾਇਆ। ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਨਾਨਕ ਦੇਵ ਜੀ ਨੇ ਰੀਤੀ ਚਲਾਈ ਸੀ। ਇਹ ਨਿਮਰਤਾ ਦੀ ਹੱਦ ਸੀਗੀ। ਜਦੋਂ ਕੋਈ ਇੱਕ ਗੁਰੂ ਕੇ ਸਿੱਖ ਦੂਜੇ ਨੂੰ ਮਿਲਦੇ ਤੇ ਪੈਰੀ ਪੈਂਦੇ, ਉਹਦਾ ਮਤਲਬ ਇੱਕ ਜਾਤ ਪਾਤ ਤੋਂ ਉੱਤੇ ਉੱਠ ਕੇ, ਇਹ ਨਹੀਂ ਦੇਖਣਾ ਵੀ ਇਹਦੀ ਜਾਤ ਮੇਰੇ ਤੋਂ ਵੱਡੀ ਹੈ ਜਾਂ ਛੋਟੀ ਹੈ। ਗੁਰੂ ਕਾ ਸਿੱਖ ਗੁਰੂ ਕਾ ਸਿੱਖ ਹੀ ਹੈ ਬਸ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਪੈਰੀ ਪਾਉਣਾ ਇੱਕ ਦੂਜੀ ਨੂੰ ਆਖਿਆ ਹੈ। ਮੈਂ ਅਬ ਆਪਣੋ ਕਰੋ ਪਿਆਣਾ। ਤੇ ਭਾਈ ਬਾਬਕ ਜੀ ਕਹਿੰਦੇ ਭਾਈ ਜਾਤੀ ਮਲਕ ਜੀ ਨੂੰ ਕਿ ਹੁਣ ਮੈਨੂੰ ਆਗਿਆ ਦਿਓ,
ਮੈਂ ਹੁਣ ਪਿਆਨਾ ਕਰਨ ਲੱਗਾ ਹਾਂ, ਮੈਂ ਹੁਣ ਸੱਚਖੰਡ ਚੱਲਿਆ ਹਾਂ। ਹੋਤੇ ਹਮਾਰੇ ਭਾਗ ਬਲਿੰਦ, ਸਾਡੇ ਭਾਗ ਬਹੁਤ ਵੱਡੇ ਸਨ ਜਿਸ ਤੇ ਢਿਗ ਸ੍ਰੀ ਹਰਗੋਬਿੰਦ। ਕਿ ਅਸੀਂ ਆਪਣਾ ਸਾਰਾ ਜੀਵਨ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਗੁਜ਼ਾਰਿਆ ਹੈ। ਜਾਤੀ ਮਲਕ ਕਹਿਓ ਤੁਵ ਧਨ, ਭਾਈ ਜਾਤੀ ਮਲਕ ਜੀ ਕਹਿਣ ਲੱਗੇ, ਬਾਬਕ ਜੀ ਤੁਸੀਂ ਧਨ ਹੋ। ਅੰਤ ਸਮੈ ਕਰ ਗੁਰੂ ਪ੍ਰਸੰਨ, ਅੰਤ ਸਮੇਂ ਸਤਿਗੁਰੂ ਜੀ ਨੂੰ ਪ੍ਰਸੰਨ ਕਰ ਲਿਆ ਹੈ। ਅੰਤ ਸਮੇਂ ਗੁਰੂ ਮਹਾਰਾਜ ਜੀ ਰੀਝ ਪਏ ਹਨ। ਗੁਰੂ ਸਾਹਿਬ ਨੇ ਤੁਹਾਨੂੰ ਆਪ ਵਿਦਾਇਗੀ ਦਿੱਤੀ ਹੈ। ਚਲਿਓ ਚਹੈ ਪਰ ਲੋਕ ਮਝਾਰਾ, ਤੁਹਾਨੂੰ ਭਾਈ ਬਾਬਕ ਜੀ ਗੁਰੂ ਦੀ ਪ੍ਰਸੰਨਤਾ ਲੈ ਕੇ ਸੱਚਖੰਡ ਜਾਣਾ ਚਾਹੁੰਦੇ ਹੋ। ਚਲਿਓ ਜਹ ਕੋ ਗਮਨ ਸਭਨ ਸਿਰ ਧਾਰਾ, ਜਿਹਦਾ ਜਾਣਾ ਸਾਰਿਆਂ ਦੇ ਵਾਸਤੇ ਜੀ ਲਾਜ਼ਮੀ ਹੈ। ਸਭ ਦੇ ਸੀਸ ਦੇ ਉੱਤੇ ਇਹ ਸਮਾਂ ਆਉਣਾ ਹੀ ਆਉਣਾ ਹੈ। ਮੈਂ ਤਨ ਤਿਆਗੋਂ ਦੇਰ ਨਾ ਕੋਈ, ਤੇ ਮੈਂ ਵੀ ਥੋੜੇ ਦਿਨਾਂ ਨੂੰ ਸਰੀਰ ਛੱਡ ਦੇਣਾ। ਇੱਕ ਸੱਚੇ ਪਾਤਸ਼ਾਹ ਨੇ ਇਹੋ ਜਿਹੀ ਖੇਡ ਰਚਾਈ ਸੀ ਗੁਰੂ ਹਰਗੋਬਿੰਦ ਸਾਹਿਬ ਨੇ, ਵੀ ਜਿੰਨੇ ਵੀ ਉਹਨਾਂ ਦੇ ਪਿਆਰੇ ਨਾਲ ਆਏ ਸੀ ਨਾਲ ਹੀ ਚਲੇ ਗਏ ਥੋੜੇ ਥੋੜੇ ਦਿਨਾਂ ਵਿੱਚ। ਜਾਤੀ ਮਲਕ ਵੀ ਕਹਿੰਦਾ ਮੈਂ ਵੀ ਬਸ ਥੋੜੇ ਦਿਨਾਂ ਨੂੰ ਤੁਹਾਡੇ ਪਿੱਛੇ ਪਿੱਛੇ ਸੱਚਖੰਡ ਆ ਜਾਵਾਂਗਾ। ਕੇਤਕ ਦਿਵਸਨ ਆਯੂ ਹੋਈ, ਮੈਨੂੰ ਵੀ ਥੋੜੇ ਦਿਨਾਂ ਦੀ ਆਯੂ ਬਾਕੀ ਰਹਿ ਗਈ ਹੈ। ਮੈਨੂੰ ਵੀ ਦਿਸਦਾ ਪਿਆ ਕਿ ਹੁਣ ਮੈਂ ਥੋੜੇ ਦਿਨਾਂ ਦਾ ਇਸ ਸੰਸਾਰ ਤੇ ਮਹਿਮਾਨ ਹਾਂ, ਫਿਰ ਮੈਂ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੀ ਸਮਾ ਜਾਣਾ ਹੈ। ਪੁਨ ਬਾਬਕ ਸਤ ਸੰਗਤ ਸਾਰੀ, ਫਿਰ ਭਾਈ ਬਾਬਕ ਜੀ ਜਿਹੜੇ ਗੁਰੂ ਮਹਾਰਾਜ ਦੇ ਕੀਰਤਨੀਏ ਸਨ, ਉਹਨਾਂ ਨੇ ਸਾਰੀ ਸੰਗਤ ਦੇ ਦਰਸ਼ਨ ਕੀਤੇ। ਮਿਲ ਮਿਲ ਭਲੇ ਬੰਦਨਾ ਧਾਰੀ, ਸਾਰਿਆਂ ਗੁਰਸਿੱਖਾਂ ਨੂੰ ਪੈਰੀ ਪਾਉਣਾ ਕਿਹਾ, ਸਾਰਿਆਂ ਨੂੰ ਪਿਆਰ ਨਾਲ ਮਿਲੇ। ਸਾਰਿਆਂ ਤੋਂ ਵੀ ਕੋਈ ਮੇਰੇ ਤੋਂ ਬੋਲਦਿਆਂ ਰਹਿੰਦਿਆਂ ਵਿਚਰਦਿਆਂ ਭੁੱਲ ਵੀ ਹੋ ਗਈ ਹੋਵੇ, ਕਿਸੇ ਦਾ ਦਿਲ ਦੁਖਿਆ ਹੋਵੇ, ਤਾਂ ਮੈਂ ਸਾਰਿਆਂ ਤੋਂ ਖਿਮਾ ਚਾਹੁੰਦਾ ਹਾਂ। ਇੱਦਾਂ ਦੀ ਨਿਮਰਤਾ ਦੀ ਮੂਰਤੀ ਭਾਈ ਬਾਬਕ ਜੀ। ਲੈ ਸਭਹਿਨ ਤੇ ਖੁਸ਼ੀ ਵਿਸਾਲਾ, ਸਾਰਿਆਂ ਤੋਂ ਖੁਸ਼ੀਆਂ ਲੈ ਕੇ ਆਗਿਆ ਲੈ ਕੇ ਲੈ ਸੁਤ ਸੰਗ ਸਦਨ ਕੋ ਚਾਲਾ, ਆਪਣੇ ਪੁੱਤਰ ਭਾਈ ਚਤਰੇ ਨੂੰ ਲੈ ਕੇ ਭਾਈ ਬਾਬਕ ਆਪਣੇ ਘਰ ਵੱਲ ਤੁਰ ਪਿਆ। ਆਏ ਭਾਰ ਜਾ ਬਹੁ ਸਮਝਾਈ, ਆ ਕੇ ਆਪਣੀ ਘਰਵਾਲੀ ਨੂੰ ਸਮਝਾਇਆ। ਹਮਰੇ ਸਿਰ ਪਰ ਨਿਤ ਗੁਰ ਸਾਈ, ਦੇਖ ਭਗਵਾਨ ਨੇ ਗੁਰੂ ਮਹਾਰਾਜ ਦਾ ਹੱਥ ਹਮੇਸ਼ਾ ਸਾਡੇ ਸਿਰ ਤੇ ਰਹਿਣਾ। ਗੁਰੂ ਹਰਗੋਬਿੰਦ ਸਾਹਿਬ ਦਾ ਦਰ ਛੱਡ ਕੇ ਆਪਾਂ ਹੋਰ ਕਿਸੇ ਦੇ ਦਰ ਤੇ ਨਹੀਂ ਜਾਣਾ। ਆਪਣੇ ਬੱਚਿਆਂ ਨੂੰ ਵੀ ਸਮਝਾ ਦੇਈਂ, ਪੁੱਤ ਪੋਤਿਆਂ ਤੱਕ ਗੱਲ ਪਹੁੰਚਾ ਦੇਈਂ ਵੀ ਆਪਾਂ ਗੁਰੂ ਦੇ ਹਾਂ ਤੇ ਗੁਰੂ ਘਰ 'ਚ ਹੀ ਰਹਿਣਾ ਹੈ। ਕਿਸੀ ਬਾਤ ਕੋ ਨਾਹੀਂ ਅੰਦੇਸ਼ਾ, ਗੁਰੂ ਘਰ 'ਚ ਕਿਸੇ ਚੀਜ਼ ਦਾ ਅੰਦੇਸ਼ਾ ਨਹੀਂ, ਨਾ ਕੱਪੜੇ ਦਾ, ਨਾ ਮਕਾਨ ਦਾ, ਨਾ ਖਾਣ ਪੀਣ ਦਾ। ਸਭ ਕੁਝ ਗੁਰੂ ਸਾਹਿਬ ਦੇਣਗੇ। ਤੇ ਸੰਸਾਰ ਦੇ ਸੁੱਖ ਤਾਂ ਦੇਣਗੇ ਹੀ, ਪਰਲੋਕ ਦੇ ਸੁੱਖ ਵੀ ਦੇਣਗੇ। ਸੰਸਾਰ ਦੇ ਸੁੱਖ ਤਾਂ ਹੋਰ ਰਾਜਿਆਂ ਮਹਾਰਾਜਿਆਂ ਕੋਲੋਂ ਵੀ ਮਿਲ ਜਾਂਦੇ ਨੇ, ਪਰ ਉਹ ਰਾਜੇ ਮਹਾਰਾਜੇ ਪਰਲੋਕ ਵਿੱਚ ਸਹਾਇਤਾ ਨਹੀਂ ਕਰ ਸਕਦੇ। ਜਿੱਥੇ ਆਪਾਂ ਕੀਰਤਨ ਕਰਦੇ ਹਾਂ, ਜਿਹੜੇ ਦਰਬਾਰ 'ਚ ਆਪਾਂ ਬਾਣੀ ਪੜ੍ਹਦੇ ਹਾਂ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਬਣਾਉਣ ਵਾਲਾ ਦਰਬਾਰ ਹੈ। ਦੋਹ ਲੋਕਨ ਕੇ ਕੱਟੇ ਕਲੇਸ਼ਾ, ਦੋਹਾਂ ਲੋਕਾਂ ਦੇ ਦੁੱਖਾਂ ਨੂੰ ਕਲੇਸ਼ਾਂ ਨੂੰ ਕੱਟਣ ਵਾਲਾ ਸਤਿਗੁਰੂ ਹੈ। ਦੋਏ ਜਾਮ ਨਿਜ ਧਾਮ ਬਿਤਾਏ, ਇਸ ਤਰ੍ਹਾਂ ਕਹਿ ਕੇ ਆਪਣੀ ਘਰਵਾਲੀ ਨੂੰ ਆਪਣੇ ਬੱਚਿਆਂ ਨੂੰ ਦੱਸ ਦਿੱਤਾ ਵੀ ਹੁਣ ਮੈਂ ਚੱਲਿਆ ਹਾਂ। 2 ਪਹਿਰ ਆਪਣੇ ਘਰ ਵਿੱਚ ਗੁਜ਼ਾਰੇ, ਯਾਨੀ 5-6 ਘੰਟੇ ਹੋਰ ਘਰ 'ਚ ਰਿਹਾ ਹੈ ਭਾਈ ਬਾਬਕ। ਪੁਨ ਮੁਖ ਕੀ ਦੁੱਤ ਕਛ ਕਮਲਾਈ, ਫਿਰ ਚਿਹਰੇ ਦੀ ਥੋੜੀ ਜਿਹੀ ਦੁੱਤੀ ਕੁਮਲਾਣ ਲੱਗ ਪਈ। ਚਿਹਰਾ ਜਿਹੜਾ ਨਾ ਸਰੀਰ ਦੇ ਵਿੱਚ ਢਿੱਲੇ ਮੱਠੇ ਹੋਣ ਦੀਆਂ ਨਿਸ਼ਾਨੀਆਂ ਪ੍ਰਗਟ ਹੋਣ ਲੱਗੀਆਂ। ਜਾਣਿਓ ਪ੍ਰਾਨ ਅੰਤ ਅਬ ਹੋਇਆ ਹੈ, ਪਤਾ ਲੱਗਿਆ ਵੀ ਹੁਣ ਅੰਤ ਸਮਾਂ ਆ ਗਿਆ, ਸਵਾਸ ਨਿਕਲਣ ਲੱਗੇ ਹਨ ਸਰੀਰ ਵਿੱਚੋਂ। ਸਤਨਾਮ ਸਿਮਰਤ ਗੁਣ ਗਹਿ ਹੈ, ਸਤਨਾਮ ਸ੍ਰੀ ਵਾਹਿਗੁਰੂ 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 ਜਪੀ ਜਾ ਰਿਹਾ ਸੀ ਭਾਈ ਬਾਬਕ। ਪਰਿਓ ਬਦਨ ਪਰ ਬਸਨ ਸੁਪਾਇਓ, ਤੇ ਫਿਰ ਚਾਦਰ ਮੂੰਹ ਤੇ ਲੈ ਲਈ, ਕੱਪੜਾ ਲੈ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਲੇਟ ਗਿਆ। ਤਤ ਛਿਨ ਤਨ ਕੋ ਛੋਰ ਸਿਧਾਇਓ, ਉਸੇ ਵੇਲੇ 5 ਭੂਤਕ ਸਰੀਰ ਛੱਡ ਕੇ ਪਰਲੋਕ ਗਮਨ ਕਰ ਗਏ। ਅਪਰ ਜੇ ਹੁਤੇ ਡੂਮ ਕੀ ਜਾਤ, ਹੋਰ ਜਿਹੜੇ ਸਨ ਡੂਮ ਦੀ ਜਾਤ ਮਰਾਸ਼ੀ ਇਕੱਠੇ ਹੋ ਗਏ ਸਾਰੇ। ਸਕਲ ਬੁਲਾਏ ਕਹਿ ਮ੍ਰਿਦ ਬਾਤ, ਸਾਰੇ ਆ ਗਏ ਇਕੱਠੇ ਹੋ ਗਏ। ਸੈਨਾ ਮਹਿ ਜੇ ਤੁਰਕ ਹਕਾਰੇ, ਜਿਹੜੇ ਫੌਜ ਦੇ ਵਿੱਚ ਵੀ ਗੁਰੂ ਦੀ ਫੌਜ ਵਿੱਚ ਵੀ ਕਈ ਮੁਸਲਮਾਨ ਸਨ ਤੇ ਕਈ ਮਰਾਸ਼ੀ
ਜਿਹੜੇ ਮਰਦਾਨੇ ਇਹਦੀ ਕੁੱਲ ਦੇ ਸਨ, ਭਾਈ ਬਾਬਕ ਜੀ ਵੀ ਮਿਰਾਸ਼ੀ ਸਨ। ਸਾਰੇ ਭਾਈਚਾਰਾ ਉਹਨਾਂ ਦਾ ਇਕੱਠਾ ਹੋ ਗਿਆ। ਸਭ ਚਲ ਆਏ ਬਾਬਕ ਦੁਆਰੇ, ਬਾਬਕ ਦੇ ਘਰ ਮੁਸਲਮਾਨ ਭਾਈਚਾਰਾ ਮਿਰਾਸ਼ੀ ਸਾਰੇ ਇਕੱਠੇ ਹੋ ਗਏ। ਕਿਰਿਆ ਮ੍ਰਿਤਕ ਕੀ ਜੇਤਕ ਹੋਏ, ਜਿੰਨੇ ਮੁਸਲਮਾਨਾਂ ਦੇ ਤਰੀਕੇ ਨਾਲ ਮੁਰਦੇ ਦਾ ਸੰਸਕਾਰ ਕਰਨ ਦੀ ਰੀਤੀ ਹੈ, ਆਪਾਂ ਅਗਨੀ ਭੇਟ ਕਰਦੇ ਹਾਂ, ਉਹ ਜਿਹੜੇ ਹਨ ਕਬਰ ਪੱਟ ਕੇ ਉਹਦੇ ਵਿੱਚ ਦਫਨਾਉਂਦੇ ਹਨ। ਸੋ ਭਾਈ ਬਾਬਕ ਜੀ ਦੇ ਸਰੀਰ ਵਾਸਤੇ ਉਹ ਰੀਤੀ ਰਿਵਾਜ ਸਾਰਾ ਕਰਨ ਲੱਗੇ ਹਨ। ਤਾਂ ਕਿ ਸੁਤ ਕਰਵਾਈ ਸੋਏ, ਭਾਈ ਚਤਰੇ ਮਿਰਾਸ਼ੀ ਨੇ ਆਪਣੇ ਪਿਤਾ ਜੀ ਦੇ ਨਿਮਿਤ ਉਹ ਜਿਹੜੀ ਮਰਜ਼ਾਦਾ ਸੀ ਕਬਰ ਪੁੱਟਣ ਦੀ ਕਰਵਾ ਲਈ ਹੈ। ਉੱਪਰ ਪਾਇਓ ਰੁਚਰ ਦਸ਼ਾਲਾ, ਤੇ ਬੜਾ ਸੋਹਣਾ ਦੁਸ਼ਾਲਾ ਗੁਰੂ ਘਰ ਵੱਲੋਂ ਸਰੋਪਾ ਵੀ ਪਹੁੰਚਿਆ ਹੈ, ਉਹ ਉੱਤੇ ਪਾਇਆ ਹੈ। ਲੈ ਨਿਕਸੇ ਬਾਹਿਰ ਤਤਕਾਲਾ, ਤੇ ਭਾਈ ਬਾਬਕ ਦਾ ਸਰੀਰ ਚੁੱਕ ਕੇ ਕਬਰਸਤਾਨ ਵੱਲ ਲੈ ਗਏ ਹਨ। ਕਬਰ ਖਨਾਏ ਧਰਿਓ ਤਿਸ ਮਾਹੀ, ਕਬਰ ਪਟਾ ਕੇ ਕਬਰ ਦੇ ਵਿੱਚ ਭਾਈ ਸਾਹਿਬ ਬਾਬਕ ਜੀ ਦਾ ਸਰੀਰ ਰੱਖਿਆ ਹੈ। ਦਫਨਾਇਓ ਜਸ ਭਖੈ ਤਾਹੀ, ਤੇ ਫਿਰ ਮਿੱਟੀ ਪਾ ਕੇ ਭਾਈ ਸਾਹਿਬ ਨੂੰ ਦਫਨਾਇਆ ਗਿਆ ਹੈ ਮੁਸਲਮਾਨੀ ਤਰੀਕੇ ਨਾਲ, ਕਿਉਂਕਿ ਇਹ ਮੁਸਲਮਾਨਾਂ ਦੇ ਪਰਿਵਾਰ ਵਿੱਚੋਂ ਸਨ। ਬਾਅਦ ਵਿੱਚ ਕੁਝ ਗੁਰਮੁਖ ਪਿਆਰਿਆਂ ਨੇ ਖੰਡੇ ਦਾ ਅੰਮ੍ਰਿਤ ਵੀ ਛਕ ਲਿਆ। ਅਜੇ ਵੀ ਭਾਈ ਸਾਹਿਬ ਜੀ ਮਰਦਾਨਾ ਜੀ ਦੀ ਕੁੱਲ ਵਿੱਚ ਦੋ ਤਰ੍ਹਾਂ ਦੇ ਹਨ। ਕੁਝ ਹਨ ਜਿਹੜੇ ਨਨਕਾਣਾ ਸਾਹਿਬ ਤੋਂ ਪਾਕਿਸਤਾਨ ਤੋਂ ਪਟਿਆਲੇ ਆ ਗਏ ਸਨ, ਭਾਈ ਜੱਸਾ ਸਿੰਘ ਜੀ, ਭਾਈ ਪਾਲਾ ਸਿੰਘ ਜੀ, ਬੜੇ ਤਗੜੇ ਕੀਰਤਨੀਏ ਸਨ, ਮਹਾਂਪੁਰਸ਼ਾਂ ਕੋਲ ਕੀਰਤਨ ਕਰਦੇ ਰਹੇ, ਦੁਖਨਿਵਾਰਨ ਸਾਹਿਬ ਵੀ ਕਰਦੇ ਰਹੇ। ਉਹ ਅੰਮ੍ਰਿਤਧਾਰੀ ਸਨ, ਉਹਨਾਂ ਦੇ ਪਰਿਵਾਰ ਅੱਗੇ ਚੱਲਦੇ ਨੇ। ਇਸੇ ਤਰ੍ਹਾਂ ਭਾਈ ਜੋਗਿੰਦਰ ਸਿੰਘ ਜੀ, ਮਹਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ, ਉਹ ਵੀ ਉਹਨਾਂ ਦੇ ਬੱਚੇ ਉਹ ਅੰਮ੍ਰਿਤਧਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜੋ ਰਹਿਤ ਖਾਲਸੇ ਦੀ ਪੂਰੀ ਰੱਖਦੇ ਹਨ। ਜੇ ਕੋਈ ਚੜ੍ਹਾਈ ਕਰ ਜਾਵੇ ਅਗਨੀ ਭੇਟ ਕਰਦੇ ਹਨ, ਦਫਨਾਉਂਦੇ ਨਹੀਂ, ਸੰਸਕਾਰ ਕਰਦੇ ਹਨ। ਪਰ ਜਿਹੜੇ ਕੁਝ ਮੁਸਲਮਾਨਾਂ 'ਚ ਰਹਿ ਗਏ ਹਨ ਉਹ ਉਸੇ ਤਰੀਕੇ ਨਾਲ ਬਾਣੀ ਗੁਰੂ ਦੀ ਪੜ੍ਹਦੇ ਹਨ, ਕੀਰਤਨ ਕਰਦੇ ਹਨ, ਪਰ ਜੇ ਚੜ੍ਹਾਈ ਕਰ ਜਾਵੇ ਮੁਰਦਾ ਤਾਂ ਉਹਨੂੰ ਦਫਨਾਉਂਦੇ ਹਨ। ਕਿਉਂਕਿ ਗੁਰੂ ਘਰ ਦੇ ਵਿੱਚ ਇਸ ਗੱਲ ਦਾ ਕੋਈ ਵਹਿਮ ਭਰਮ ਨਹੀਂ ਹੈ। ਇਹ ਸਾਰਿਆਂ ਦੇ ਲਈ ਗੁਰੂ ਘਰ ਸਾਂਝਾ ਹੈ, ਹਿੰਦੂ ਹੋਵੇ ਮੁਸਲਮਾਨ ਹੋਵੇ। ਮਹਾਰਾਜ ਉਹਦੀ ਮਰਿਆਦਾ ਵੀ ਨਹੀਂ ਬਦਲਦੇ, ਅੰਦਰਲੀ ਗੱਲ ਬਦਲਦੇ ਆ। ਅੱਜ ਦੇ ਸਾਡਾ ਸਮਾਜ ਬਾਹਰ ਜ਼ੋਰ ਦੇ ਰਿਹਾ ਸਾਰਾ, ਅੰਦਰਲੀ ਗੱਲ ਦਾ ਤਾਂ ਸਾਨੂੰ ਪਤਾ ਹੀ ਨਹੀਂ। ਗੁਰੂ ਤਾਂ ਅੰਦਰੋਂ ਬਦਲਦਾ ਸੀ। ਮਰਦਾਨੇ ਨੂੰ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਤੇਰਾ ਅੰਤ ਸਮਾਂ ਨੇੜੇ ਆ ਗਿਆ, ਤੂੰ ਹੁਣ ਚੋਲਾ ਛੱਡੇਂਗਾ, ਇਹ ਦੱਸ ਵੀ ਤੇਰਾ ਸੰਸਕਾਰ ਕਰੀਏ ਜਾਂ ਤੇਰੀ ਕਬਰ ਬਣਾਈਏ। ਮਰਦਾਨਾ ਕਹਿੰਦਾ, ਮਹਾਰਾਜ ਮੈਂ ਤਾਂ ਤੇਰੇ ਚਰਨਾਂ 'ਚ ਰਲ ਜਾਣਾ, ਮਿੱਟੀ ਨੂੰ ਭਾਵੇਂ ਸਾੜ ਦੇਵੀਂ ਭਾਵੇਂ ਦੱਬ ਦੇਵੀਂ, ਮੈਨੂੰ ਮਿੱਟੀ ਨਾਲ ਕੋਈ ਮਤਲਬ ਨਹੀਂ। ਇਹ ਅਵਸਥਾ ਹੋਣੀ ਚਾਹੀਦੀ ਹੈ। ਅਤੇ ਸਾਧ ਸੰਗਤ ਜੀ ਜਿਹੜੇ ਅਸੀਂ ਤਾਂ ਐਵੇਂ ਵਾਲ ਦੀ ਖੱਲ ਲਾਹਣ ਤੁਰ ਪੈਣਾ ਮਿੰਟ 'ਚ, ਇਹ ਕੀ ਹੋ ਗਿਆ, ਉਹ ਕੀ ਹੋ ਗਿਆ, ਕਿੱਦਾਂ ਹੋ ਗਿਆ। ਗੁਰੂ ਇਹਨਾਂ ਗੱਲਾਂ ਤੋਂ ਬਹੁਤ ਉੱਚਾ ਹੈ। ਆ ਹੁਣ ਰੱਖੜੀ ਦਾ ਤਿਉਹਾਰ ਚੱਲ ਰਿਹਾ, ਸਾਡੇ ਸਿੱਖ ਆਪਸ ਡਾਂਗੋ ਡਾਂਗੀ ਹੋਈ ਜਾਂਦੇ। ਜਿਹੜਾ ਉੱਠਦਾ ਉਹ ਕੋਈ ਕਹਿੰਦਾ ਇਹ ਹਿੰਦੂਆਂ ਦਾ ਤਿਉਹਾਰ ਹੈ, ਕੋਈ ਕਹਿੰਦਾ ਇਹ ਨਹੀਂ ਸਿੱਖਾਂ ਨੂੰ ਮਨਾਉਣਾ ਨਹੀਂ ਚਾਹੀਦਾ, ਕੋਈ ਕਹਿੰਦਾ ਬਾਬੇ ਬਕਾਲੇ ਕਿਉਂ ਮਨਾ ਰਹੇ ਨੇ। ਦੇਖੋ ਖਾਲਸਾ ਜੀ, ਰੱਖੜੀ ਦਾ ਤਿਉਹਾਰ ਨਾ ਹਿੰਦੂਆਂ ਦਾ ਨਾ ਸਿੱਖਾਂ ਦਾ, ਭੈਣ ਭਰਾ ਦਾ ਤਿਉਹਾਰ ਹੈ। ਇੱਥੇ ਵੀ ਸਿਸਟਰ ਡੇ, ਬ੍ਰਦਰਸ ਡੇ, ਫਾਦਰ ਡੇ, ਮਦਰ ਡੇ ਮਨਾਉਂਦੇ ਨਹੀਂ ਗੋਰੇ, ਆਪਾਂ ਉਹਦੇ 'ਚ ਸ਼ਾਮਲ ਹੋ ਜਾਂਦੇ ਹਾਂ। ਉਹ ਸਮਾਜ ਦੇ ਵਿੱਚ ਪੁਰਾਣੇ ਜ਼ਮਾਨੇ 'ਚ ਇਹ ਗੱਲ ਬਣਾਈ ਗਈ ਸੀ ਵੀ ਭੈਣ ਭਰਾ ਦਾ ਆਪਸ 'ਚ ਪਿਆਰ ਕਿਵੇਂ ਰਵੇ, ਅਹਿਸਾਸ ਜਿਹਾ ਬਣਿਆ ਰਹੇ ਵੀ ਇੱਕ ਰਿਸ਼ਤੇ ਦਾ। ਕਿਉਂਕਿ ਜਿਹੜੀ ਚੀਜ਼ ਨੂੰ ਕਿਸੇ ਸਮੇਂ ਯਾਦ ਕਰੀਏ ਨਾ, ਉਹਦਾ ਫਿਰ ਸਾਲ ਭਰ ਅਸਰ ਰਹਿੰਦਾ। ਉਹ ਇੱਦਾਂ ਦੇ ਖਿਆਲ ਬਣਾਏ ਗਏ ਸਮਾਜ ਨੂੰ ਸਮਝਾਉਣ ਵਾਸਤੇ। ਉਹਦਾ ਧਰਮ ਨਾਲ ਅਧਿਆਤਮ ਨਾਲ ਕੀ ਸੰਬੰਧ ਹੋਇਆ? ਕੀ ਰੱਖੜੀ ਬੰਨ੍ਹਣ ਨਾਲ ਕੋਈ ਸੱਚਖੰਡ ਚਲਾ ਜਾਏਗਾ ਅਤੇ ਨਾ ਬੰਨ੍ਹਣ ਨਾਲ ਸੱਚਖੰਡ ਚਲਾ ਜਾਏਗਾ, ਜਾਂ ਬੰਨ੍ਹਣ ਨਾਲ ਨਰਕਾਂ 'ਚ ਚਲਾ ਜਾਏਗਾ, ਜਾਂ ਨਾ ਬੰਨ੍ਹਣ ਨਾਲ ਨਰਕਾਂ 'ਚ ਚਲਾ ਜਾਏਗਾ। ਇੱਦਾਂ ਦੀ ਕੋਈ ਗੱਲ ਨਹੀਂ। ਬਸ ਐਵੇਂ ਆਪਣਾ ਫਾਲਤੂ ਟਾਈਮ ਖਰਾਬ ਨਹੀਂ ਕਰਨਾ ਚਾਹੀਦਾ। ਗੁਰੂ ਕੇ ਇਸ ਤੋਂ ਉੱਚੇ ਹਨ। ਗੁਰੂ ਕਹਿੰਦਾ ਨਾਮ ਜਪੋ, ਨਾਮ ਜਪ ਕੇ ਤੈਨੂੰ ਆਪੇ ਹੀ ਸੋਝੀ ਆ ਜਾਣੀ ਹੈ ਕੀ ਕਰਨਾ ਕੀ ਨਹੀਂ ਕਰਨਾ। ਫਿਰ ਤਾਂ ਇਹ ਰੱਖੜੀਆਂ ਰੁਖੜੀਆਂ ਆਪੇ ਥੱਲੇ ਰਹਿ ਜਾਂਦੀਆਂ, ਪਰ ਉੱਥੇ ਤਾਂ ਪਹੁੰਚੇ ਨਹੀਂ। ਬਸ ਫੇਸਬੁੱਕ 'ਤੇ ਵਟਸਐਪ 'ਤੇ ਧੜਾ ਧੜ ਲੈਕਚਰ ਚੱਲ ਰਹੇ ਆ। ਕਥਾਵਾਚਕ ਵੀ ਇਸੇ ਕੰਮ 'ਤੇ ਲੱਗੇ ਹੋਏ ਸਾਡੇ। ਆ 5-6 ਦਿਨ ਹੋ ਗਿਆ ਮੈਂ ਦੇਖਦਿਆਂ ਨੂੰ, ਚੰਗੇ ਚੰਗੇ ਕਹਿੰਦੇ ਕਹਾਉਂਦੇ ਕਥਾਵਾਚਕ ਰੱਖੜੀ ਦੁਆਰੇ ਡਾਂਗ ਲੈ ਕੇ ਹੋਏ ਆ। ਉਹ ਤੁਸੀਂ ਕਥਾ ਕਰੋ,
ਗੁਰੂ ਦੀ ਬਾਣੀ ਦੀ ਕਰੋ, ਕੀਰਤਨ ਕਰੋ। ਇੰਨਾ ਖਜ਼ਾਨਾ ਮਹਾਰਾਜ ਦਾ, ਕਿਹੜੀਆਂ ਗੱਲਾਂ 'ਚ ਫਸੇ ਹਾਂ ਅਸੀਂ। ਤਾਂ ਗੁਰੂ ਸਾਹਿਬ ਨੇ ਨਹੀਂ ਦੇਖਿਆ ਵੀ ਕਬਰ ਬਣਾਈ ਹੈ ਜਾਂ ਸੰਸਕਾਰ ਕੀਤਾ ਹੈ। ਉਹ ਕਹਿੰਦੇ ਉਹਨਾਂ ਦੀ ਮਰਜ਼ਾਦਾ ਹੈ, ਪਰ ਸਾਡੀ ਰੂਹ ਦਾ, ਗੁਰੂ ਨਾਲ ਤੇ ਰੂਹ ਦਾ ਸੰਬੰਧ ਸੀ ਨਾ, ਤੇ ਗੁਰੂ ਦੇ ਚਰਨਾਂ 'ਚ ਰੂਹ ਚਲੀ ਗਈ। ਮਿੱਟੀ ਨੂੰ ਦੱਬ ਦਿਓ, ਸਾੜ ਦਿਓ, ਫੂਕ ਦਿਓ, ਮਿੱਟੀ ਨਾਲ ਗੁਰੂ ਦਾ ਕੋਈ ਵਾਹ ਨਹੀਂ। ਸੱਚੇ ਪਾਤਸ਼ਾਹ ਜੀ ਵੱਲੋਂ ਸਰੋਪਾ ਪਹੁੰਚਿਆ, ਭਾਈ ਬਾਬਕ ਜੀ ਨੂੰ ਉਹਨਾਂ ਦੀ ਰੀਤੀ ਮੁਤਾਬਕ ਹੀ ਭੂਮੀ ਦੇ ਵਿੱਚ ਉਹਨਾਂ ਦਾ ਅਸਥਾਨ ਬਣਾਇਆ ਗਿਆ। ਹਾਂਜੀ, ਗੁਰ ਪ੍ਰਸੰਨ ਕਰ ਅੰਤ ਸਮੇਂ ਇਹ। ਗੁਰੂ ਸਾਹਿਬ ਜੀ ਨੂੰ ਪ੍ਰਸੰਨ ਕਰਕੇ ਗਏ। ਗੱਲ ਤਾਂ ਸੀ ਗੁਰੂ ਦੀ ਪ੍ਰਸੰਨਤਾ ਲੈ ਕੇ ਗਏ। ਕੀਰਤਨ ਕਰਦੇ ਸਨ, ਰੀਝ ਰੀਝ ਕੇ ਬਾਣੀ ਗਾਉਂਦੇ ਸਨ ਭਾਈ ਬਾਬਕ ਜੀ, ਤੇ ਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਕੇ ਗਏ ਹਨ। ਸ਼ੁਭਗਤ ਪਾਈ ਸੰਸੇ ਕੋ ਨਹਿ। ਕਹਿੰਦੇ ਸੁਭ ਗਤੀ ਪ੍ਰਾਪਤ ਹੋਈ, ਸੰਸੇ ਸਾਰੇ ਮਿਟ ਗਏ। ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਤੇ ਜਦੋਂ ਸਾਧ ਸੰਗਤ ਜੀ ਸੰਸੇ ਬੰਦਾ ਚੁੱਕੀ ਫਿਰਦਾ ਨਾ, ਤੇ ਸਮਝੋ ਜੇ ਦਰਸ਼ਨ ਹੋਇਆ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ। ਸੰਸਾ ਕੀ ਹੈ? ਸੰਸਾ ਇਹ ਸੰਸਾਰ ਹੈ। ਆਪਾਂ ਜਿਵੇਂ ਕਹਿੰਦੇ ਵੀ ਬੱਚੇ ਸਕੂਲ 'ਚ ਪੜ੍ਹਦੇ ਨਾ, ਉਹ ਇੱਦਾਂ ਉਂਗਲੀ ਇੱਕ ਨੰਬਰ ਜਾਣਾ, ਟੀਚਰ ਸਮਝ ਜਾਂਦਾ ਵੀ ਇਹ ਪਿਸ਼ਾਬ ਨੂੰ 1 ਨੰਬਰ ਕਹਿੰਦੇ। 2 ਨੰਬਰ ਸਾਧ ਸੰਗਤ ਜੀ ਜਿਹੜੇ ਸਾਧੂਆਂ ਦੀ ਬੋਲੀ ਉਹਦੇ 'ਚ ਸੁਣ ਲਓ ਕੀ ਹੈ। 1 ਨੰਬਰ ਨੂੰ ਕਹਿੰਦੇ ਆ ਲਘੂ ਸ਼ੰਕਾ, 2 ਨੂੰ ਕਹਿੰਦੇ ਆ ਦੀਰਘ ਸ਼ੰਕਾ। ਮੈਂ ਸੰਤਾਂ ਨੂੰ ਪੁੱਛਿਆ, ਮਹਾਂਪੁਰਸ਼ਾਂ ਨੂੰ, ਮੈਂ ਮਹਾਰਾਜ ਜੀ ਇਹ ਕੀ ਗੱਲ, ਤੁਸੀਂ ਇਹ ਕੀ ਸ਼ਬਦ ਵਰਤਦੇ ਹੋ? ਉਹ ਕਹਿੰਦੇ ਛੋਟਾ ਸ਼ੰਕਾ ਹੋਵੇ ਨਾ, ਛੋਟਾ ਡਾਟ ਹੋਵੇ ਤੇ ਉਹ ਸਮਝੋ ਪਿਸ਼ਾਬ ਵਰਗਾ। ਬਹੁਤਾ ਵੱਡਾ ਸ਼ੰਕਾ ਹੋਵੇ ਤੇ ਸਮਝ ਲਓ ਫਿਰ ਉਹ ਬਿਸ਼ਟਾ ਵਰਗਾ। ਅਸੀਂ ਸ਼ੰਕਾ ਹੀ ਚੁੱਕੀ ਫਿਰਦੇ। ਕਈ ਬੰਦੇ ਨਾ ਸ਼ੰਕਿਆਂ ਨੂੰ ਸਾਂਭ ਕੇ ਪਾਲ ਕੇ ਰੱਖਦੇ ਆ। ਉਹ ਕਹਿੰਦੇ ਲਓ ਮੇਰੇ ਕੋਲ ਐਡਾ ਵੱਡਾ ਸ਼ੰਕਾ, ਗਿਆਨੀ ਜੀ ਨੂੰ ਜਵਾਬ ਨਹੀਂ ਆਇਆ। ਕਹਿੰਦੇ ਉਹ ਇਹ ਕੋਈ ਵੱਡੀ ਮਾਰਕੇ ਵਾਲੀ ਗੱਲ ਨਹੀਂ, ਸ਼ੰਕਾ ਮਿਟ ਜਾਣਾ ਮਾਰਕੇ ਵਾਲੀ ਗੱਲ ਹੈ। ਜਿਹੜੇ ਬੰਦੇ ਨੂੰ ਡਾਊਟ ਹੈ ਉਹ ਵਿਚਾਰਾ ਤਾਂ ਆਪ ਅੰਨਾ ਹੋਇਆ, ਦੂਜਿਆਂ ਨੂੰ ਅੰਨਾ ਕਰੀ ਜਾਂਦਾ। ਸੋ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਭਾਈ ਬਾਬਕ ਜੀ ਦਾ ਸ਼ੰਕਾ ਮਿਟ ਗਿਆ। ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਹਾਂਜੀ, ਇਸ ਪ੍ਰਕਾਰ ਕਰ ਤਾਹੇ ਚਲਾਨਾ। ਇਸ ਤਰ੍ਹਾਂ ਭਾਈ ਸਾਹਿਬ ਬਾਬਕ ਜੀ ਨੇ ਚਲਾਣਾ ਕੀਤਾ ਹੈ। ਪਿੱਛੇ ਕਿਰਿਆ ਕਰੀ ਕੁਲ ਨਾਨਾ। ਉਹਨਾਂ ਦੀ ਜੋ ਕੁਲ ਰੀਤੀ ਸੀ ਉਹ ਵੀ ਕੀਤੀ ਹੈ। ਬਾਣੀ ਦੇ ਕੀਰਤਨ ਹੋਏ ਹਨ। ਕੇਤਕ ਦਿਵਸ ਬਿਤੇ ਜਬ ਮਰੇ। ਫਿਰ ਕੋਈ ਭਾਈ ਬਾਬਕ ਜੀ ਨੂੰ ਚੜਾਈ ਕੀਤਿਆਂ ਨੂੰ ਜਦੋਂ ਕੁਝ ਦਿਨ ਹੋ ਗਏ, ਤਿਸ ਕੇ ਪੁੱਤਰ ਨ ਸਭ ਬਿਦ ਕਰੇ। ਉਹਦੇ ਪੁੱਤਰ ਨੇ ਆਪਣੇ ਪਿਤਾ ਦੀ ਸਾਰੀ ਰੀਤੀ ਰਸਮ ਪੂਰੀ ਕਰ ਲਈ। ਤਬ ਸਤਿਗੁਰ ਆਛੋ ਦਿਨ ਜਾਨ। ਤਾਂ ਮਹਾਰਾਜ ਨੇ ਬੜਾ ਵਧੀਆ ਦਿਨ ਜਾਣ ਕੇ ਬਿਨਾ ਕੀਰਤਨ ਰਹਿਤ ਦੀਵਾਨ। ਸੋਚਿਆ ਵੀ ਕਿ ਦਰਬਾਰ 'ਚ ਕੀਰਤਨ ਨਹੀਂ ਹੁੰਦਾ। ਕੀਰਤਨ ਦਾ ਆਨੰਦ ਜਿਹੜਾ ਭਾਈ ਬਾਬਕ ਦੇ ਨਾਲ ਬਣਦਾ ਹੈ, ਉਹ ਦੂਜਿਆਂ ਕੋਲੋਂ ਆਨੰਦ ਨਹੀਂ ਬਣਦਾ। ਉਹਨਾਂ ਦੇ ਪੁੱਤਰ ਨੂੰ ਹੀ ਬੁਲਾਈਏ ਹੁਣ। ਹਾਂਜੀ, ਧਨ ਦਸਤਾਰ ਵਿਸਾਲ ਦੁਸ਼ਾਲਾ। ਮਹਾਰਾਜ ਨੇ ਬਹੁਤ ਸਾਰੀ ਮਾਇਆ ਤੇ ਬੜੀ ਸੁੰਦਰ ਦਸਤਾਰ ਤੇ ਇੱਕ ਬੜਾ ਕੀਮਤੀ ਦੁਸ਼ਾਲਾ ਉੱਤੇ ਲੈਣ ਵਾਲਾ ਦੇ ਕਰ ਵਿਪਰ ਹਾਥ ਤਬ ਘਾਲਾ। ਪੰਡਤ ਜੀ ਨੂੰ ਜਾਤੀ ਮਾਲਕ ਜੀ ਦੇ ਹੱਥੀਂ ਭੇਜਿਆ ਵੀ ਪੰਡਤ ਜੀ ਤੁਸੀਂ ਜਾਓ, ਗੁਰੂ ਘਰ ਵੱਲੋਂ ਦਸਤਾਰ ਚਤਰੇ ਨੂੰ ਦਿਓ, ਮਾਇਆ ਵੀ ਦਿਓ ਤੇ ਨਾਲ ਦੁਸ਼ਾਲਾ ਦੇ ਕੇ ਸਤਿਕਾਰ ਨਾਲ ਲੈ ਕੇ ਆਓ। ਹਾਂਜੀ, ਚਤੁਰ ਸੁਤਨ ਕੋ ਦੇ ਕਰ ਧੀਰ। ਕਹਿੰਦੇ ਉਹਦੇ ਪੁੱਤਰ ਨੂੰ, ਸਾਰੇ ਜਿੰਨੇ ਵੀ ਪਰਿਵਾਰ ਦੇ ਕੀਰਤਨੀਏ ਨੇ, ਕਿਉਂਕਿ ਉਹ ਸਾਰਾ ਪਰਿਵਾਰ ਹੀ ਇਹੀ ਕੰਮ ਕਰਦਾ ਸੀ। ਕੋਈ ਤਬਲਾ ਵਜਾਵੇ, ਪਹਿਲਾਂ ਮ੍ਰਿਦੰਗ ਹੁੰਦੇ ਸੀ, ਫਿਰ ਪਖਾਵਜ ਤੇ ਨਾਲ ਵਾਜੇ ਜਿਹੜੇ ਸੀ, ਆਹ ਹੁਣ ਹਾਰਮੋਨੀਅਮ ਚੱਲੇ ਆ, ਪਹਿਲਾਂ ਤੰਤੀ ਸਾਜ਼ ਹੁੰਦੇ ਸੀ। ਸਰੰਦਾ ਹੋ ਗਿਆ, ਰਬਾਬ ਹੋ ਗਈ, ਤਾਨਪੂਰਾ ਹੋ ਗਿਆ, ਇਸੇ ਤਰ੍ਹਾਂ ਮੋਰ ਤਾਊਸ਼ ਹੋ ਗਿਆ, ਇਹ ਇੱਦਾਂ ਦੇ ਸਾਜ਼ ਹੁੰਦੇ ਸੀ। ਮਹਾਰਾਜ ਕਹਿੰਦੇ ਜਾਓ ਉਹਨਾਂ ਨੂੰ ਬੁਲਾਓ ਕੀਰਤਨ ਕਰਨ ਬਾਣੀ ਦਾ। ਇਹ ਸਭ ਬਿਨਸਨ ਹਾਰ ਸਰੀਰ। ਨਾਲੇ ਕਹੋ ਵੀ ਇਹ ਸਰੀਰ ਤਾਂ ਸਾਰਿਆਂ ਦੇ ਬਿਨਸਨ ਵਾਲੇ ਨੇ। ਅਬ ਇਹੋ ਸਿਰੋ ਪਾਓ ਗੁਰ ਦੀਨਾ। ਇਹ ਗੁਰੂ ਦਾ ਸਰੋਪਾ ਲਵੋ। ਸਿਰ ਪਰ ਬੰਦੋ ਪਾਗ ਨਵੀਨਾ। ਇਹ ਨਵੀਂ ਪੱਗ ਸਿਰ ਤੇ ਬੰਨੋ, ਆਹ ਸੋਹਣਾ ਕੱਪੜੇ ਪਾਓ ਤੇ ਗੁਰੂ ਦੇ ਦਰਬਾਰ ਵਿੱਚ ਚੱਲ ਕੇ ਕੀਰਤਨ ਕਰੋ। ਸ਼ੋਕ ਤਜੋ ਅਰ ਭਜੋ ਸੋ ਨਾਮ। ਕਹਿੰਦੇ ਸ਼ੋਕ ਤਜ ਕੇ ਨਾਮ ਜਪੋ। ਗੁਰ ਕੋ ਸੇਵ ਬਸੋ ਨਿਜ ਧਾਮ। ਗੁਰੂ ਦੀ ਸੇਵਾ ਕਰਕੇ ਆਪਣੇ ਘਰ ਰਹੋ ਬੜੇ ਆਨੰਦ ਦੇ ਨਾਲ। ਉੱਪਰ ਸੁੰਦਰ ਲੇਹੋ ਦੁਸ਼ਾਲਾ। ਆਹ ਸੋਹਣਾ ਦੁਸ਼ਾਲਾ ਗੁਰੂ ਜੀ ਨੇ ਭੇਜਿਆ ਤੁਹਾਡੇ ਲਈ, ਉੱਤੇ ਲਵੋ।
ਕਰੋ ਕੀਰਤਨ ਸਭਾ ਬਿਸਾਲਾ। ਗੁਰੂ ਦੀ ਸਭਾ ਵਿੱਚ ਕੀਰਤਨ ਕਰੋ। ਸੁਨ ਕੇ ਬਾਖ ਦੇਖ ਗੁਰ ਦਇਆ। ਗੁਰੂ ਦੀ ਦਇਆ ਨੂੰ ਜਾਣ ਕੇ ਭਾਈ ਚਤਰੇ ਨੇ ਮਨ ਤੇ ਸ਼ੋਕ ਸਭਿਨ ਤਜ ਦਇਆ। ਮਨ 'ਚੋਂ ਸਾਰਾ ਦੁੱਖ ਦੂਰ ਕਰਤਾ ਵੀ ਗੁਰੂ ਮੇਰੇ ਨਾਲ ਹੈ। ਸਿਰ ਪਰ ਬਾਂਦੀ ਪਾਗ ਬਣਾਏ। ਨਵੀਂ ਪੱਗ 6ਵੇਂ ਪਾਤਸ਼ਾਹ ਵੱਲੋਂ ਭੇਜੀ ਹੋਈ ਚਤਰੇ ਨੇ ਸਿਰ ਤੇ ਬੰਨ੍ਹ ਲਈ ਆਛੇ ਬਸਤਰ ਪਹਿਰ ਹਰ ਖਾਏ। ਤੇ ਭਾਈ ਚਤਰਾ ਜੀ ਸੋਹਣੇ ਕੱਪੜੇ ਨਵੇਂ ਪਹਿਨ ਕੇ ਲੈ ਕਰ ਸਾਜ ਪਿਤਾ ਸਮ ਗਏ। ਆਪਣੇ ਪਿਤਾ ਦੀ ਤਰ੍ਹਾਂ ਗੁਰੂ ਦੇ ਦਰਬਾਰ 'ਚ ਕੀਰਤਨ ਕਰਨ ਚਲੇ ਗਏ ਸਾਰੇ ਭਰਾ। ਸਭਾ ਵਿਖੇ ਗੁਰ ਦਰਸ਼ਨ ਲਏ। ਜਾ ਕੇ ਮਹਾਰਾਜ 6ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਦਰਬਾਰ ਵਿੱਚ। ਖਰੇ ਹੋਏ ਕਹਿ ਕਰੀ ਕਲਿਆਣ। ਤੇ ਖੜੇ ਹੋ ਕੇ ਉਹਨਾਂ ਨੇ ਕਲਿਆਣ ਕੀ ਹੁੰਦੀ ਹੈ ਅੱਜ ਕੱਲ੍ਹ ਦੇ ਨਾ ਰਾਗੀਆਂ ਨੂੰ ਪਤਾ, ਨਾ ਰਬਾਬੀਆਂ ਨੂੰ ਪਤਾ, ਤੇ ਆਮ ਲੋਕਾਂ ਨੂੰ ਵੀ ਨਹੀਂ ਪਤਾ, ਪਰ ਸੂਰਜ ਪ੍ਰਕਾਸ਼ 'ਚੋਂ ਪਤਾ ਲੱਗਦਾ ਕਲਿਆਣ ਕੀ ਹੁੰਦੀ ਹੈ। ਜਿਹੜੀ ਪਹਿਲਾਂ ਗਾਈ ਜਾਂਦੀ, ਜਿਹਨੂੰ ਆਪਾਂ ਅੱਜ ਕੱਲ੍ਹ ਮੰਗਲਾ ਚਰਨ ਕਹਿੰਦੇ ਆ ਨਾ, ਗੁਰੂ ਗਰੀਬ ਨਵਾਜ, ਇੱਦਾਂ ਗਾਉਂਦੇ ਸੀ। ਉਹਦੇ ਨਾਲ ਹੋਰ ਵੀ ਬੜਾ ਕੁਝ ਹੁੰਦਾ ਸੀ। ਹੌਲੇ ਹੌਲੇ ਘਟਦੇ ਕੱਟੜਤਾ ਹੀ ਇੰਨੀ ਆ ਗਈ, ਆਖੇ ਜੀ ਬਾਣੀ ਤੋਂ ਬਾਹਰ ਉਹ ਗੱਲ ਕੋਈ ਪੜ੍ਹਦੀ ਹੀ ਨਹੀਂ। ਉਹ ਜਿਹੜੀਆਂ ਪੁਰਾਤਨ ਚੀਜ਼ਾਂ ਸੀ ਉਹ ਸਾਰੀਆਂ ਖਤਮ ਕਰਤੀਆਂ। ਸੋ ਕਹਿੰਦੇ ਕਲਿਆਣ ਗਾਈ ਉਹਨਾਂ ਨੇ ਗੁਰੂ ਸਾਹਿਬ ਦੀ। ਉਹ ਇੱਦਾਂ ਗਾਉਂਦੇ ਸੀ ਵੀ ਗੁਰੂ ਰਾਮਦਾਸ ਜੀ ਕੇ ਨਾਤੀ, ਸ੍ਰੀ ਗੁਰੂ ਅਰਜਨ ਦੇਵ ਜੀ ਕੇ ਸਪੁੱਤਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਜੈ ਹੋ, ਗੁਰੂ ਨਾਨਕ ਕੀ ਗੱਦੀ ਕੇ ਮਾਲਕ। ਇੱਦਾਂ ਉਹ ਬਹੁਤ ਲੰਮਾ ਸੀ। ਕਦੀ ਤੁਸੀਂ ਮਹਾਨ ਕੋਸ਼ ਦੇ ਵਿੱਚੋਂ ਬਿਰਧ ਪੜ੍ਹ ਲੈਣਾ। ਬਿਰਧ, ਉਹ ਬਿਰਧ ਬਹੁਤ ਪੁਰਾਤਨ ਹੈ, ਸਿੰਘਾਂ ਵਿੱਚ ਚੱਲਿਆ ਆ ਰਿਹਾ, ਅੱਜ ਕੱਲ੍ਹ ਨਹੀਂ ਪਤਾ, ਪਰ ਉਹ ਪੁਰਾਤਨ ਸਮੇਂ ਗਾਇਆ ਜਾਂਦਾ। ਉਹਨੂੰ ਕਲਿਆਣ ਕਹਿੰਦੇ ਸੀ। ਹਾਂਜੀ, ਗੁਰ ਸਾਹਿਬ ਸੋਢੀ ਸੁਲਤਾਨ। ਹਾਂ, ਕੀ ਗਾਇਆ? ਗੁਰੂ ਸਾਹਿਬ ਸੋਢੀ ਸੁਲਤਾਨ, ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਸ਼ ਬੰਸ, ਧੰਨ ਗੁਰੂ ਅਰਜਨ ਦੇਵ ਜੀ ਦੇ ਲਖਤੇ ਜਿਗਰ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡਾ ਜੈ ਜੈਕਾਰ ਹੋਵੇ। ਹਾਂਜੀ, ਸ੍ਰੀ ਗੁਰੂ ਰਾਮਦਾਸ ਕੋ ਪੋਤਾ। ਸ੍ਰੀ ਗੁਰੂ ਰਾਮਦਾਸ ਦਾ ਪੋਤਾ। ਹਾਂਜੀ, ਦੀਨ ਦੁਨੀ ਥੰਬ ਭਰ ਖਲੋਤਾ। ਦੀਨ ਦੁਨੀ ਦਾ ਥੰਬ ਬਣ ਕੇ ਖੜਾ, ਭਾਰ ਚੱਕ ਕੇ ਖੜਾ, ਜਿਵੇਂ ਥੰਬ ਪੂਰੀ ਬਿਲਡਿੰਗ ਨੂੰ ਚੱਕ ਕੇ ਖੜਦਾ। ਦੀਨ ਦੁਨੀ ਦਾ ਭਾਰ ਚੱਲਣ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਸ੍ਰੀ ਅਰਜਨ ਸੁਤ ਜੋਧਾ ਬਲੀ। ਗੁਰੂ ਅਰਜਨ ਦੇਵ ਜੀ ਦੇ ਪੁੱਤਰ ਮਹਾਬਲੀ ਜੋਧੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਤੁਰਕ ਮਾਰ ਕਰ ਕੀਰਤ ਭਲੀ। ਜਿਹਨਾਂ ਨੇ ਤੁਰਕਾਂ ਦੀ ਸਫਾ ਲਪੇਟ ਕੇ ਰੱਖ ਦਿੱਤੀਆਂ ਤੇ ਜਸ ਖੱਟਿਆ ਹੈ। ਪੀਰੀ ਮੀਰੀ ਕੋ ਬੜ ਥੰਬਾ। ਮੀਰੀ ਪੀਰੀ ਦੇ ਮਾਲਕ ਨੇ ਥੰਬ ਹਨ, ਮਹਾਬਲੀ ਜੋਧੇ ਹਨ। ਵਿਖ ਪਰਾਕਰਮ ਸਭ ਜਗਤ ਅਚੰਬਾ। ਜਿਨ੍ਹਾਂ ਦਾ ਪਰਾਕਰਮ ਦੇਖ ਕੇ ਸਾਰੀ ਦੁਨੀਆ ਅਚੰਭੇ 'ਚ ਪੈ ਗਈ, ਹੈਰਾਨ ਹੋ ਗਈ ਹੈ। ਮੁਗਲ ਸਖਾਨ ਜੰਗ ਕਰ ਮਾਰਿਓ। ਜਿਨ੍ਹਾਂ ਨੇ ਮੁਗਲ ਸਖਾਨ ਨੂੰ ਮੈਦਾਨੇ ਜੰਗ 'ਚ ਮਾਰਿਆ ਹੈ। ਅਬਦੁਲ ਖਾਨ ਜੁਤ ਚਮੂ ਸੰਘਾਰਿਓ। ਫੌਜਾਂ ਸਮੇਤ ਅਬਦੁਲ ਖਾਨ ਨੂੰ ਨਰਕਾਂ 'ਚ ਭੇਜਿਆ ਹੈ। ਲਲਾ ਬੇਗ ਸਹਿ ਕੰਬਰ ਘਾਤੀ। ਕਹਿੰਦੇ ਲਲਾ ਬੇਗ ਕੰਬਰ ਬੇਗ ਮਾਰੇ ਨੇ। ਸ਼ਾਹੋ ਜਹਾਂ ਕੀ ਦਾਹਸ ਛਾਤੀ। ਔਰ ਸ਼ਾਹਜਹਾਨ ਦੀ ਛਾਤੀ ਨੂੰ ਸਾੜਿਆ ਹੈ। ਲੂਣ ਹਰਾਬੀ ਪੈਂਦਾ ਘਾਇਓ। ਤੇ ਲੂਣ ਹਰਾਮੀ ਪੈਂਦਾ ਮਾਰਿਆ ਹੈ। ਪ੍ਰਤਪਾਲਕ ਸੋ ਲਰਬੇ ਆਇਓ। ਜਿਹੜਾ ਆਪਣੇ ਮਾਲਕ ਨਾਲ ਹੀ ਲੜਨ ਆ ਗਿਆ ਸੀ, ਪਾਲਣ ਵਾਲੇ ਸਤਿਗੁਰੂ ਨਾਲ। ਅਰਿਓ ਨਾ ਛਤਰ ਸਕਲ ਹੀ ਮਾਰੇ। ਕੋਈ ਸ਼ਤਰੂ ਸਾਹਮਣੇ ਨਹੀਂ ਅੜਿਆ, ਸਭ ਰਗੜ ਦਿੱਤੇ, ਝੜਕ ਦਿੱਤੇ ਹਨ। ਮੌਨ ਸ਼ਾਹੋ ਭਾ ਮਾਨੀ ਹਾਰੇ। ਬਾਦਸ਼ਾਹ ਹਾਰ ਮੰਨ ਕੇ ਚੁੱਪ ਕਰਕੇ ਬਹਿ ਗਿਆ ਹੈ। ਕੋ ਗੁਣ ਰਾਵਰ ਕੇ ਕਹੈ। ਇਹ ਪਾਤਸ਼ਾਹ ਮੇਰੀ ਪੀਰ ਦੇ ਮਾਲਕ, ਤੇਰੇ ਕਿਹੜੇ ਕਿਹੜੇ ਗੁਣ ਗਾਈਏ। ਸ਼ੇਸ਼ ਸਾਰ ਦਾ ਅੰਤ ਨਾ ਲਹੈ। ਸ਼ੇਸ਼ ਨਾਗ ਤੇ ਅੰਤ ਨਹੀਂ ਪਾ ਸਕਦਾ, ਸਾਰ ਦਾ ਅੰਤ ਨਹੀਂ ਪਾ ਸਕਦੀ। ਗੁਰ ਜਸ ਕਹਿ ਬੈਠੇ ਦਰਬਾਰ। ਇਸ ਤਰ੍ਹਾਂ ਗੁਰੂ ਦੀ ਕਲਿਆਣ ਗਾ ਕੇ ਗੁਰੂ ਦੇ ਦਰਬਾਰ 'ਚ ਭਾਈ ਚਤਰਾ ਜੀ ਸਣੇ ਪਰਿਵਾਰ ਬੈਠ ਗਏ ਹਨ। ਲਗੇ ਕੀਰਤਨ ਕਰਨ ਉਦਾਰ। ਔਰ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਹਨ। ਭਾਂਤ ਭਾਂਤ ਕੇ ਰਾਗਨ ਗਾਏ। ਭਾਂਤ ਭਾਂਤ ਦੇ ਰਾਗਾਂ ਨੂੰ ਗਾਇਨ ਕਰਕੇ ਸਭਾ ਸਹਿਤ ਗੁਰ ਲਏ ਰਿਝਾਏ। ਗੁਰੂ ਦੀ ਸਭਾ ਨੂੰ, ਗੁਰੂ ਸੰਗਤਾਂ ਨੂੰ ਰਿਝਾ ਲੈਂਦੇ ਹਨ। ਕਰੀ ਮੌਜ ਤਿਨ ਕਉ ਤਤਕਾਲਾ। ਮਹਾਰਾਜ ਉਹਨਾਂ ਦੇ ਉੱਤੇ ਕਿਰਪਾ ਕੀਤੀ ਹੈ। ਹਿਰਦੈ ਆਨੰਦਿਤ ਭਏ ਵਿਸਾਲਾ। ਤੇ ਉਹਨਾਂ ਦੇ ਕਿਰਪਾ ਨਾਲ ਮਨ ਖਿੜ ਗਏ ਹਨ। ਜਦੋਂ ਗੁਰੂ ਕਿਰਪਾ ਕਰਦਾ ਤੇ ਮਨ ਖਿੜਦਾ। ਜਦੋਂ ਰਾਗੀਆਂ ਦਾ, ਰਬਾਬੀਆਂ ਦਾ, ਕਥਾਵਾਚਕਾਂ ਦਾ ਮਨ ਖਿੜਦਾ ਤੇ ਫਿਰ ਰੀਝ ਰੀਝ ਕੇ ਬਾਣੀ ਗਾਉਂਦੇ ਆ। ਹਾਂਜੀ, ਇਸੀ ਭਾਂਤ ਨਿਜ ਪਿਤ ਕੀ ਨਿਆਈ। ਇਸੇ ਤਰ੍ਹਾਂ ਆਪਣੇ ਪਿਤਾ ਬਾਬਕ ਦੀ ਤਰ੍ਹਾਂ ਲਗੇ ਕੀਰਤਨ ਕਰਨ ਬਨਾਈ। ਕੀਰਤਨ ਕਰਨ ਲੱਗੇ ਹਨ। ਨਿਤ ਆਵਹਿ ਗੁਰ ਕੇ ਦਰਬਾਰ। ਗੁਰੂ ਦੇ ਦਰਬਾਰ ਵਿੱਚ ਆਉਂਦੇ ਹਨ। ਚੌਂਕੀ ਕਰਤੇ ਸੰਜ ਸਕਾਰ। ਤੇ ਸੰਨ ਸਵੇਰ ਦੀ ਚੌਂਕੀ ਰੋਜ਼ ਦੀ ਕੀਰਤਨ ਦੀ ਦੋਵੇਂ, ਇਹ ਭਾਈ ਚਤਰਾ ਤੇ ਉਹਦਾ ਭਰਾ
ਤੇ ਬਾਕੀ ਉਹਦੇ ਕੀਰਤਨੀ ਪਰਿਵਾਰ ਦੇ ਸਾਰੇ ਕਰਦੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਭਾਈ ਜਾਤੀ ਮਲਕ ਜੀ ਨੂੰ ਗੁਰੂ ਸਾਹਿਬ ਉਪਦੇਸ਼ ਦੇਣਗੇ ਕੱਲ ਦੇ ਪ੍ਰਕਰਨਾਂ 'ਚ, ਉਹ ਆਨੰਦ ਮਾਣਾਂਗੇ। ਹੇ ਗੋਬਿੰਦ, ਹੇ ਗੋਪਾਲ।